ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਜੀ ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੋਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਾਰ ਜੋਰੀ ਨਮੋ ਕਾਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਦਿਜ ਜਨਨੀ ਰੋਦਿਤ ਅਧਿਕ ਇਕੱਠੇ ਨਰ ਸਮੁਦਾਇ। ਸ਼ੋਕ ਬਿਲੋਕਤ ਰੋਕਤੇ ਰੌਰ ਨ ਰੁਦਨ ਉਠਾਏ। ਦਿਜ ਜਨਨੀ ਰੋਦਿਤ ਅਧਿਕ ਇਕੱਠੇ ਨਰ ਸਮੁਦਾਇ। ਸ਼ੋਕ ਬਿਲੋਕਤ ਰੋਕਤੇ ਔਰ ਨ ਰੁਦਨ ਉਠਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਔਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਪਤਿਤ ਪਾਵਨ ਦਇਆ ਨਿਧ ਕਿਰਪਾ ਦੇ ਖਜ਼ਾਨੇ ਹਾਜ਼ਰਾ ਹਜੂਰ ਜਹਰਾ ਜਹੂਰ। ਲੋਕ ਪਰਲੋਕ ਦੇ ਰੱਖਿਅਕ ਸੱਚੇ ਪਾਤਸ਼ਾਹ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਸਜ ਬੈਠੇ ਸਤਿਗੁਰਾਂ ਦੀ ਮਹਾਨ ਕਿਰਪਾ ਮਿਹਰਾਮਤ ਸਦਕਾ ਦਰਸ਼ਨ ਪਰਸੇ ਸੋਦਰ ਰਹਿਰਾਸ ਸਾਹਿਬ ਜੀ ਕੇ ਪਾਵਨ ਪਵਿੱਤਰ ਜਾਪ ਸਤਿਗੁਰਾਂ ਦੀ ਹਜ਼ੂਰੀ ਅੰਦਰ ਆਪ ਸਭ ਸੰਗਤਾਂ ਰਲ ਮਿਲ ਕਰਕੇ ਸਰਵਣ ਕੀਤੇ। ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਪਾਵਨ ਪਵਿੱਤਰ ਜੀਵਨ ਦੀ ਨਿਰਮੋਲਕ ਕਥਾ
ਲੜੀਵਾਰ ਰੂਪ ਅੰਦਰ ਨਿਤਾ ਪ੍ਰਤੀ ਆਪ ਸਰਵਣ ਕਰਕੇ ਭਾਰੀ ਲਾਹਾ ਪ੍ਰਾਪਤ ਕਰ ਰਹੇ ਹੋ। ਪਿਛਲੇ ਦੀਵਾਨ ਵਿੱਚ ਜੋ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ, ਸਤਿਗੁਰੂ ਹਰਿ ਰਾਇ ਸਾਹਿਬ ਜੀ ਜੀਵਾਂ ਦੀ ਕਲਿਆਣ ਕਰਦੇ ਹੋਏ ਕੀਰਤਪੁਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇ। ਔਰ ਇੱਥੇ ਰਸਤੇ ਵਿੱਚ ਜੋ ਭਾਈ ਗੌਰਾ ਜੀ ਦੇ ਸਰਾਫ 101 ਮਹਾਰਾਜ ਦੇ ਮੁਖੋਂ ਹੋਏ, ਉਹ ਬਖਸ਼ਿਸ਼ ਕੀਤੇ। ਮਹਾਰਾਜ ਨੇ ਭਾਈ ਗੌਰੇ ਨੂੰ ਬਖਸ਼ਦਿਆਂ ਹੋਇਆਂ ਪੁਨ੍ਹਾ ਫਿਰ ਪਾਤਸ਼ਾਹ ਜਦੋਂ ਕਰਤਾਰਪੁਰ ਸਾਹਿਬ ਪਹੁੰਚੇ ਹਨ, ਇੱਥੇ ਜਦੋਂ ਸੰਗਤਾਂ ਨੂੰ ਗਿਆਨ ਹੋਇਆ ਵੀ ਮਹਾਰਾਜ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਦੀ ਧਰਤ ਨੂੰ ਭਾਗ ਲਾਉਣ ਮੁੜ ਆਏ ਹੈ, ਬੇਅੰਤ ਸੰਗਤਾਂ ਪਾਤਸ਼ਾਹ ਜੀ ਦੇ ਦਰਸ਼ਨ ਪਰਸਨ ਵਾਸਤੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਣ ਲੱਗੀਆਂ ਹਨ। ਬੇਅੰਤ ਵਡਿਆਈ ਮਹਿਮਾ ਪਾਤਸ਼ਾਹ ਜੀ ਦੀ ਹੋ ਰਹੀ ਹੈ। ਜੋ ਸਿੱਖਾਂ ਨੇ ਦਸਵੰਧ ਦੀ ਮਾਇਆ ਇਕੱਤਰ ਕੀਤੀ ਹੁੰਦੀ, ਦੇਸ਼ ਦੇ ਸਿੱਖ ਹੋਣ ਭਾਵੇਂ ਵਿਦੇਸ਼ ਦੇ, ਕਾਬਲ, ਕੰਧਾਰ, ਮੁਲਤਾਨ, ਟੱਠਾ, ਪੱਖਰ, ਵਿਦੇਸ਼ਾਂ ਦੇ ਟਾਪੂਆਂ ਦੇ ਜਿਹੜੇ ਕੋਈ ਇਲਾਕੇ, ਉਹ ਸਾਰੇ ਸਿੰਗਲਾ ਦੀ ਪਾਦਕ ਸਭ ਪੂਰਬ, ਪੱਛਮ, ਦੱਖਣ, ਉੱਤਰ ਦੀ 4 ਚੁਫੇਰੇ ਦੀ ਸਾਧ ਸੰਗਤ ਗੁਰੂ ਘਰ ਦੇ ਪ੍ਰਬੰਧ ਵਾਸਤੇ, ਮਹਾਰਾਜ ਦੇ ਦਰ ਘਰ ਵਾਸਤੇ ਦਸਾਂ ਨਹੁੰ ਦੀ ਕਿਰਤ ਵਿੱਚੋਂ 10ਵੇਂ ਦਸਵੰਧ ਦੀ ਮਾਇਆ ਭੇਟ ਜੋੜ ਕੇ ਰੱਖਦੀ ਹੈ। ਛਮਾਈ ਬਾਅਦ ਜਾਂ 1 ਸਾਲ ਦੇ ਬਾਅਦ ਸੰਗਤਾਂ ਮਸੰਦਾਂ ਦੇ ਰਾਹੀਂ ਉਹ ਮਾਇਆ ਗੁਰੂ ਘਰ ਭੇਜਦੀਆਂ। ਮਸੰਦ ਉਹ ਜਿਨ੍ਹਾਂ ਦੀ ਡਿਊਟੀ ਗੁਰੂ ਘਰ ਵੱਲੋਂ ਪਹਿਰਾ ਜਿੰਮਾ ਲੱਗਾ ਹੋਇਆ ਹੈ, ਇਲਾਕੇ ਵਿੱਚ ਸੰਗਤਾਂ ਨੂੰ ਗੁਰੂ ਘਰ ਦੀ ਮਾਣ ਮਰਿਆਦਾ ਤੋਂ ਜਾਣੂ ਕਰਵਾਉਣਾ, ਸਿੱਖੀ ਦਾ ਪ੍ਰਚਾਰ ਕਰਨਾ, ਅਤੇ ਜੋ ਸੰਗਤਾਂ ਦਸਵੰਧ ਦੀ ਮਾਇਆ ਇਕੱਤਰ ਕਰਨ, ਉਸ ਮਾਇਆ ਨੂੰ ਉੱਥੇ ਇਲਾਕੇ ਵਿੱਚ ਲਾ ਦੇਣਾ। ਵਧੀ ਮਾਇਆ ਗੁਰੂ ਘਰ ਜਿੱਥੇ ਸਤਿਗੁਰੂ ਪਾਤਸ਼ਾਹ ਹੋਣ ਉੱਥੇ ਭੇਜ ਦੇਣੀ। ਇਸ ਤਰ੍ਹਾਂ ਗੁਰੂ ਘਰ ਦੇ ਸੋਹਣੇ ਸਾਧ ਸੰਗਤ ਦੀ ਪ੍ਰਬੰਧ ਚੱਲ ਰਹੇ। ਵਿਸਾਖੀ ਦਾ ਜੋੜ ਮੇਲਾ ਆਇਆ। ਸੰਗਤਾਂ ਕਰਤਾਰਪੁਰ ਸਾਹਿਬ 15 ਕੁ ਚੇਤਰ ਤੋਂ ਬਾਅਦ ਜੁੜਨ ਲੱਗ ਪਈਆਂ। ਖੁੱਲ੍ਹੇ ਰੂਪ ਅੰਦਰ ਹਾਜ਼ਰਾ ਹਜ਼ੂਰ ਪਾਤਸ਼ਾਹ ਦੇ ਦਰਸ਼ਨ ਹੁੰਦੇ ਰੋਜ਼। ਕਈ ਦਿਨ ਸੰਗਤਾਂ ਨੇ ਸੇਵਾ ਕੀਤੀ। ਮਾਇਆ ਜਿਹੜੀ ਦਸਵੰਧ ਕਾਰ ਭੇਟ ਆ, ਉਹ ਭੇਟ ਕੀਤੀ। ਅਰਦਾਸ ਬੇਨਤੀਆਂ ਮਹਾਰਾਜ ਦੇ ਚਰਨੀ ਕੀਤੀਆਂ ਕਰਵਾਈਆਂ। ਇਸੇ ਤਰ੍ਹਾਂ 5 ਦਿਨ ਵਿਸਾਖੀ ਦਾ ਭਾਰੀ ਜੋੜ ਮੇਲਾ ਮਨਾਉਂਦੀ ਹੋਈ ਸੰਗਤ ਆਪੋ ਆਪਣੇ ਪਿੰਡਾਂ ਨਗਰਾਂ ਨੂੰ ਫਿਰ ਮੁੜਨ ਲੱਗੀ। ਵਾਹਿਗੁਰੂ 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 ਜਾਪ ਕਰਦੀ ਸੰਗਤ ਆਈ। ਇੱਥੇ ਆ ਕੇ ਵੀ ਸਿਮਰਨ ਕੀਤਾ। ਪੁਨ੍ਹਾ ਜਦੋਂ ਮੁੜ ਗਏ ਉਦੋਂ ਫਿਰ ਸਿਮਰਨ ਕਰਦੀ ਸਾਧ ਸੰਗਤ ਜਿਹੜੀ ਹੈ, ਉਹ ਸਾਧ ਸੰਗਤ ਜੀ ਆਪਣੇ ਘਰਾਂ ਨੂੰ ਪਹੁੰਚੀ ਹੈ। ਤੋ ਇਸ ਤਰ੍ਹਾਂ ਬਹੁਤ ਮਹਾਰਾਜ ਦੀ ਸੋਭਾ ਦੇਸ਼ਾਂ ਵਿਦੇਸ਼ਾਂ ਅੰਦਰ ਫੈਲ ਰਹੀ ਹੈ। ਤਾਂ ਇਸੇ ਤਰ੍ਹਾਂ ਖਾਲਸਾ ਜੀ ਅੱਗੇ ਫਿਰ ਜਿਵੇਂ ਉਹ ਕੁਝ ਸਿੱਖ ਮਹਾਰਾਜ ਦੇ ਦਰਸ਼ਨ ਕਰਦੇ, ਆਪਣੀਆਂ ਭਾਵਨਾ ਮਨੋਕਾਮਨਾਵਾਂ ਪੂਰਨ ਕਰਦੇ। ਜਿਵੇਂ ਕੋਈ ਸਕਾਮੀ ਸਿੱਖ ਹੁੰਦੇ, ਉਹ ਕੁਝ ਇੱਛਾ ਜੀਆਂ ਰੱਖ ਕੇ ਆਉਂਦੇ। ਕੁਝ ਨਿਸ਼ਕਾਮੀ ਹੁੰਦੇ ਜਿਹਨਾਂ ਨੂੰ ਜਗਿਆਸੂ ਕਹਿੰਦੇ, ਜਿਹੜੇ ਕੇਵਲ ਗਿਆਨ ਦੀ ਭਾਵਨਾ ਲੈ ਕੇ ਹੀ ਮਹਾਰਾਜ ਦੇ ਘਰ ਆਉਂਦੇ। ਸਤਿਗੁਰੂ ਫਿਰ ਜਿਹੋ ਜਿਹਾ ਅਧਿਕਾਰੀ ਹੁੰਦਾ, ਉਹੋ ਜਿਹਾ ਮਹਾਰਾਜ ਉਪਦੇਸ਼ ਬਖਸ਼ਦੇ ਅਤੇ ਰੰਗ ਭਾਗ ਲਾ ਦਿੰਦੇ। ਸਮਾਂ ਲੰਘਿਆ। ਇੱਥੇ ਇੱਕ ਬ੍ਰਾਹਮਣ ਅਤੇ ਬ੍ਰਾਹਮਣੀ ਕਰਤਾਰਪੁਰ ਸਾਹਿਬ ਰਹਿੰਦੇ ਸਨ। ਇਹਨਾਂ ਦੇ ਘਰ ਤਕਰੀਬਨ ਪਹਿਲਾਂ 9 ਜਾਂ ਕੁਝ 12 ਵੀ ਦੱਸਦੇ ਪੁੱਤਰ ਹੋਏ, 11। ਜਿਹੜਾ ਜੰਮਦਾ ਉਹ ਚੜ੍ਹਾਈ ਕਰ ਜਾਂਦਾ। ਇਹਨਾਂ ਦੇ ਫਿਰ ਇੱਕ ਪੁੱਤਰ ਜਦੋਂ ਹੋਇਆ, ਇਹ 11ਵਾਂ ਕਿ 12ਵਾਂ ਜਾਂ 10ਵਾਂ ਕਹਿ ਲਓ, ਉਹਨੂੰ ਫਿਰ ਗੁਰੂ ਘਰ ਅਰਦਾਸ ਕਰਵਾ ਦਿੱਤਾ ਵੀ ਮਹਾਰਾਜ ਚਲੋ ਜਿਉਂਦਾ ਰਵੇ ਅਤੇ ਇਹ ਆਪ ਜੀ ਦੇ ਘਰ ਹੀ ਸੇਵਾ ਕਰੇਗਾ, ਸਾਡਾ ਇਹਦੇ 'ਤੇ ਕੋਈ ਅਧਿਕਾਰ ਨਹੀਂ ਹੋਏਗਾ। ਤੋ ਇਸ ਤਰ੍ਹਾਂ ਫਿਰ ਅਰਦਾਸ ਕੀਤੀ ਹੋਣ ਕਰਕੇ ਮਹਾਰਾਜ ਨੇ ਕੋਈ ਕਲਾ ਵਰਤਾਈ ਅਤੇ ਉਹ
ਜਿਉਂਦਾ ਰਿਹਾ, 12 ਕੁ ਵਰਿਆਂ ਦਾ ਹੋਇਆ। ਅਤੇ ਉਹ ਜਦੋਂ 12 ਕੁ ਸਾਲ ਦੀ ਉਮਰ ਹੋਈ, ਇਹਨਾਂ ਦਿਨਾਂ ਵਿੱਚ ਗੁਰੂ ਹਰਿਰਾਏ ਸਾਹਿਬ ਜੀ ਕਰਤਾਰਪੁਰ ਸਾਹਿਬ ਆਏ ਹੋਏ ਸਨ। ਚੜ੍ਹਾਈ ਕਰ ਗਿਆ ਅਤੇ ਉਹ ਦੋਵੇਂ ਮਾਂ ਬਾਪ ਬੜੇ ਆਜਿਜ਼ ਹੋਏ, ਬਹੁਤ ਦੁਖੀ ਹੁੰਦੇ ਵੀ ਮਹਾਰਾਜ ਇਹ ਤਾਂ ਤੁਹਾਡਾ ਦਸੌਂਧੀਆ ਪੁੱਤਰ ਸੀ, ਅਸੀਂ ਮਹਾਰਾਜ ਆਪ ਜੀ ਕੇ ਚਰਨੀ ਅਰਦਾਸ ਕਰਾਇਆ ਹੋਇਆ। ਅਤੇ ਬਹੁਤ ਭਾਰੀ ਦੁੱਖ, ਜਿਵੇਂ ਮਨ ਦੁਖੀ ਹੋਇਆ। ਅਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਦਵਾਰ 'ਤੇ, ਜਿੱਥੇ ਦਰਸ਼ਨੀ ਡਿਉੜੀ ਕਰਤਾਰਪੁਰ ਸਾਹਿਬ ਮਹਾਰਾਜ ਦੇ ਗੁਰੂ ਕੇ ਮਹਿਲ ਦੀ, ਉਹ ਉੱਥੇ ਲਿਆਉਣ ਕਰਕੇ ਦੋਵੇਂ ਪਤੀ ਸਤੀ ਨੇ ਆਪਣੇ ਪੁੱਤਰ ਨੂੰ ਲਿਟਾ ਦਿੱਤਾ। ਅਤੇ ਭਾਰੀ ਰੌਲਾ ਅਤੇ ਰੋਦਨ ਹੋ ਰਿਹਾ ਹੈ, ਬਹੁਤ ਭਾਰੀ, ਜਿਹੜੇ 73 ਆਦਿਕ ਮਾਰੇ ਜਾਂਦੇ, ਅਤੇ ਬੜਾ ਭਾਰੀ ਰੋਣ ਧੋਣ ਦੀ ਆਵਾਜ਼ ਸਭ ਪਾਸੇ ਗੂੰਜਣ ਲੱਗੀ ਹੈ। ਉਹ ਸਮਝਾਉਂਦੇ ਆ ਲੋਕ ਵੀ ਹੁਣ ਇਹਦਾ ਸੰਸਕਾਰ ਕਰਨਾ ਚਾਹੀਦਾ, ਪਰ ਇਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਡਿਉੜੀ 'ਤੇ ਲਿਆਉਣ ਜਿਹੜਾ ਉਹ ਲਿਟਾ ਦਿੱਤਾ ਹੈ। ਇੰਨਾ ਕੁ ਪ੍ਰਸੰਗ ਆਪਾਂ ਉਸ ਪ੍ਰਸੰਗ ਵਿੱਚੋਂ ਕੱਲ੍ਹ ਸ਼ਰਵਣ ਕਰ ਚੁੱਕੇ ਹਾਂ। ਅਗਲੀ ਜਿਹੜੀ ਸਾਧ ਸੰਗਤ ਦੀ ਉਹ ਕੁਝ ਕਥਾ ਹੈ, ਜਿਵੇਂ ਮਹਾਰਾਜ ਦੇ ਦਇਆ ਸਦਕਾ ਫਿਰ ਉਹ ਪੁੱਤਰ ਜਿਉਂਦਾ ਹੋਇਆ ਬ੍ਰਾਹਮਣ ਦਾ, ਪਰ ਜਿਹੜਾ ਕੋਈ ਪਰਮੇਸ਼ਰ ਦਾ ਵਿਧੀ ਵਿਧਾਨ ਹੁੰਦਾ ਫਿਰ ਉਹ ਟਲਿਆ ਨਾ। ਉਹ ਜਿਵੇਂ ਮਹਾਰਾਜ ਨੇ ਬਚਨ ਕੀਤੇ ਸਾਰਿਆਂ ਦੇ ਨਾਲ, ਉਹ ਸਾਰਾ ਪ੍ਰਸੰਗ ਆਪਾਂ ਅਗਲੇ ਦੀਵਾਨ ਜੋ ਅੱਜ ਦਾ ਇਹਦੇ ਵਿੱਚ ਸ਼ਰਵਣ ਕਰੀਏ ਜੀ। ਚਿੱਤ ਬਿਰਤੀ ਸੁਰਤੀ ਨੂੰ ਇਕਾਗਰ ਕਰੀਏ। ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਨੂੰ ਹਿਰਦੇ ਵਸਾਉਂਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਦਿਜ ਜਨਨੀ ਰੋਦਤ ਅਧਿਕ। ਉਹ ਜਿਹੜਾ ਬੱਚਾ ਚੜ੍ਹਾਈ ਕੀਤਾ ਹੈ, ਉਹਦੀ ਮਾਤਾ ਤੇ ਜਿਹੜਾ ਕੋ ਬ੍ਰਾਹਮਣ ਹੈ, ਦੋਵੇਂ ਬੜੇ ਭਾਰੀ ਰੋ ਰਹੇ ਹਨ। ਇਕੱਠੇ ਨਰ ਸਮੁਦਾਇ। ਤੇ ਬਹੁਤ ਸਿੱਖ ਵੀ ਇਕੱਠੇ ਹੋ ਰਹੇ। ਜਦੋਂ ਦਰਸ਼ਨੀ ਡਿਉੜੀ ਤੇ ਉਹਦੀ ਲਾਸ਼ ਲਟਾਈ ਹੋਈ, ਬੇਅੰਤ ਸਿੱਖ ਸੰਗਤਾਂ ਵੀ ਇਕੱਠੀਆਂ ਹੋਏ ਨੂੰ ਵੇਂਦੀਆਂ ਹਨ। ਸ਼ੋਕ ਬਿਲੋਕਤ ਰੋਕਤੇ। ਸਾਰੇ ਰੋਕਦੇ ਆ, ਜਦੋਂ ਇਹ ਰੋਂਦੇ ਆ ਬੜਾ ਭਾਰੀ ਰੌਲਾ ਪੈਂਦਾ, ਤੇ ਗੁਰੂ ਕੇ ਸਿੱਖ ਸੰਗਤਾਂ ਇਹਨਾਂ ਦੋਹਾਂ ਨੂੰ ਭਾਰੀ ਰੋਕਦੇ ਆ, ਬੜਾ ਸਮਝਾਉਂਦੇ ਹਨ। ਰੌਰ ਨ ਰੁਦਨ ਉਠਾਏ। ਵੀ ਭਾਈ ਗੁਰੂ ਕੇ ਮਹਿਲ ਲਾਗੇ ਹੈ, ਆਪ ਦੀ ਰੌਲਾ ਨਾ ਪਾਓ ਤੇ ਨਾ ਹੀ ਰੋਣਾ ਵਾਜਬ ਹੈ। ਤੂੰ ਇੱਥੇ ਕੀਰਤਨ ਭਜਨ ਸਿਮਰਨ ਬੰਦਗੀ ਦਾ ਜਿਹੜਾ ਦਰ ਕਰ ਹੈ, ਤੇ ਆਪ ਜੀ ਨੂੰ ਗੁਰੂ ਘਰ ਦੀ ਮਾਣ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ। ਇੱਦਾਂ ਸਿੱਖ ਸੰਗਤਾਂ ਇਹਨਾਂ ਦੋਹਾਂ ਨੂੰ ਸਮਝਾਉਂਦੀਆਂ ਹਨ। ਚੌਪਈ ਕੇਤਕ ਨਰ ਸਤਿਗੁਰ ਟਿਗ ਆਏ। ਜਦੋਂ ਇਹ ਨਾ ਹਟੇ, ਧੰਨ ਗੁਰੂ ਹਰਿਰਾਏ ਸਾਹਿਬ ਦੇ ਪਾਸ ਕੁਝ ਸਿੱਖ ਪਹੁੰਚੇ ਆ ਮਹਾਰਾਜ ਦੇ ਮਹਿਲਾਂ ਵਿੱਚ। ਹੇਤ ਰੌਰ ਕੋ ਸਕਲ ਸੁਨਾਏ। ਤੇ ਰੌਲਾ ਮਹਾਰਾਜ ਨੇ ਪੁੱਛਿਆ ਵੀ ਕਾਹਦਾ ਪੈਂਦਾ। ਉਹਨਾਂ ਸਿੱਖਾਂ ਨੇ ਰੌਲਾ ਪੈਣ ਦਾ, ਰੋਣ ਦੀ ਆਵਾਜ਼ ਜੋ ਆ ਰਹੀ, ਉਹਦਾ ਸਾਰਾ ਕਾਰਨ ਦੱਸਿਆ ਹੈ। ਮ੍ਰਿਤਕ ਪੁੱਤਰ ਕੋ ਵਿਪਰ ਉਠਾਏ। ਮਹਾਰਾਜ ਵੀ ਇੱਕ ਪੁੱਤਰ ਕੱਲਾ ਕੱਲਾ ਬ੍ਰਾਹਮਣ ਦਾ ਉਹ ਚੜ੍ਹਾਈ ਕਰ ਗਿਆ, ਤੇ ਉਹਨਾਂ ਦੋਹਾਂ ਨੇ ਆਪਣੇ ਪੁੱਤਰ ਦੀ ਲਾਸ਼ ਨੂੰ ਚੁੱਕਦਿਆਂ ਹੋਇਆਂ ਪੌਰ ਆਪ ਕੇ ਦੀਨ ਸਪਾਏ। ਤੇ ਆਪ ਜੀ ਦੇ ਦਰਵਾਜ਼ੇ ਡਿਉੜੀ ਦੇ ਉੱਪਰ ਮਹਾਰਾਜ ਲਿਆ ਕੇ ਤੇ ਉਹਨੂੰ ਲਿਟਾ ਦਿੱਤਾ ਹੈ, ਪਾ ਦਿੱਤਾ ਹੈ। ਰਹੇ ਹਟਾਏ ਹਟਤ ਕਿਮ ਨਾਹੀ। ਅਸੀਂ ਬੜਾ ਹਟਾਉਂਦੇ ਰਹੇ ਮਹਾਰਾਜ, ਬੜੇ ਜਿੱਦ ਕਰਕੇ ਉਹਨਾਂ ਨੇ ਕਾਰਜ ਕੀਤਾ ਹੈ, ਸਾਡੇ ਆਖੇ ਨਹੀਂ ਲੱਗੇ ਹਨ। ਕਹਿ ਕਿ ਸੁਧ ਦੇਹ ਸਤਿਗੁਰ ਪਾਹੀ। ਤੇ ਉਹ ਸਗੋਂ ਇਹ ਕਹਿੰਦੇ ਵੀ ਤੁਸੀਂ ਸਤਿਗੁਰੂ ਹਰਿਰਾਏ ਸਾਹਿਬ ਨੂੰ ਖਬਰ ਕਰੋ, ਜਿਹੜਾ ਅਸੀਂ ਕਹਿ ਰਹੇ ਹਾਂ ਵੀ ਸਾਡੇ ਪੁੱਤਰ ਮਰੇ ਦੀ ਗੱਲਬਾਤ ਜਾ ਕੇ ਗੁਰੂ ਹਰਿਰਾਏ ਸਾਹਿਬ ਨੂੰ ਦੱਸੋ। ਉਹ ਸਾਨੂੰ ਮਹਾਰਾਜ ਇੱਦਾਂ ਕਹਿ ਰਹੇ, ਅਸੀਂ ਆਖਿਆ ਵੀ ਇੱਥੋਂ ਚਲੇ ਜਾਓ ਤੇ ਇਹਦਾ ਸੰਸਕਾਰ ਕਰੋ, ਪਰ ਉਹਨਾਂ ਆਖਿਆ ਵੀ ਇੱਕ ਵਾਰੀ ਗੁਰੂ ਹਰਿਰਾਏ ਸਾਹਿਬ ਨੂੰ ਆਪ ਜੀ ਖਬਰ ਕਰੋ ਜੀ। ਮੇਰੋ ਪੁੱਤਰ ਜੀਵਾਵਨ ਕਰੈ। ਤੇ ਮਹਾਰਾਜ ਉਹ ਬ੍ਰਾਹਮਣ ਤੇ ਬ੍ਰਾਹਮਣੀ ਕਹਿੰਦੇ ਆ ਵੀ ਗੁਰੂ ਹਰਿਰਾਏ ਸਾਹਿਬ ਜੀ ਜਿਵੇਂ ਕਿਵੇਂ ਮੇਰੇ ਪੁੱਤਰ ਨੂੰ ਜਿਉਂਦਾ ਕਰ ਦੇਣ। ਨਾ ਤੁਰ ਹਮ ਦੋਨੋਂ ਭੀ ਮਰੈ। ਤੇ ਜੇ ਸਾਡੇ ਪੁੱਤ ਨੂੰ ਮਹਾਰਾਜ ਨੇ ਨਾ ਜਿਉਂਦਾ ਕੀਤਾ ਤੇ ਅਸੀਂ ਫਿਰ ਦੋਵੇਂ, ਬ੍ਰਾਹਮਣ ਤੇ ਬ੍ਰਾਹਮਣੀ ਕਹਿੰਦੇ ਵੀ ਇੱਥੇ ਹੀ ਮਹਾਰਾਜ ਦੇ ਦਰਵਾਜ਼ੇ ਤੇ ਚੜ੍ਹਾਈ ਕਰ ਜਾਵਾਂਗੇ।
ਇੱਥੇ ਆਪਦੇ ਪ੍ਰਾਣ ਦੇ ਦਿਆਂਗੇ। ਸਮਝਤ ਨਹੀਂ ਰਹੇ ਸਮਝਾਏ। ਅਸੀਂ ਮਹਾਰਾਜ ਸਮਝਾਉਂਦੇ ਰਹੇ ਆਂ, ਪਰ ਉਹ ਦੋਵੇਂ ਕਿਸੇ ਤਰ੍ਹਾਂ ਸਾਡੇ ਆਖੇ ਨਹੀਂ ਲੱਗੇ ਐ। ਸੁਨ ਬੋਲੇ ਸ੍ਰੀ ਗੁਰ ਹਰਿ ਰਾਏ। ਸੁਣ ਕੇ ਸਤਿਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਖਾਂ ਦੀ ਬੇਨਤੀ ਨੂੰ ਮੁਖੋਂ ਬੋਲੇ ਐ। ਕਹੋ ਵਿਪਰ ਸੋ ਕਰਹੁ ਉਠਾਵਨ। ਮਹਾਰਾਜ ਕਹਿੰਦੇ ਸਿੱਖੋ, ਉਹ ਬ੍ਰਾਹਮਣ ਜੀ ਨੂੰ ਆਖੋ ਵੀ ਇਹ ਨਹੀਂ ਹੋ ਸਕਦਾ, ਵਿਧਾਤੇ ਦਾ ਵਿਧਾਨ ਹੈ, ਵਿਧੀ ਹੈ, ਤੇ ਆਪਦੇ ਪੁੱਤਰ ਨੂੰ ਚੁੱਕ ਕੇ ਇੱਥੋਂ ਲੈ ਜਾਵੇ। ਪਰਾ ਲਬਧ ਪ੍ਰਾਨੀ ਭੁਗਤਾਵਨ। ਕਿਉਂਕਿ ਜਿਹੜਾ ਵੀ ਕੋਈ ਮਨੁੱਖ ਸੰਸਾਰ ਤੇ ਆਉਂਦਾ ਹੈ, ਉਹ ਜਿੰਨੀ ਕੁ ਪ੍ਰਾਲਬਧ ਲਿਖੀ ਹੁੰਦੀ ਦਾਣਾ ਪਾਣੀ ਓਨਾ ਕੀ ਪ੍ਰਾਪਤ ਕਰਦਾ। ਜਿੰਨੇ ਸਾਹ ਲਿਖੇ, ਜਿੰਨੀ ਪ੍ਰਾਲਬਧ ਲਿਖੀ ਹੁੰਦੀ ਓਨੀ ਕੁ ਪ੍ਰਾਲਬਧ ਭੋਗਦਾ ਹੈ। ਪੂਰਬ ਜਨਮ ਕਰਮ ਜਿਮ ਕਰਹੀ। ਕਿਉਂਕਿ ਪਿਛਲੇ ਜਨਮ ਦਾ ਜਿਹੜਾ ਕੋਈ ਕਿਸੇ ਨੇ ਕਰਮ ਕੀਤਾ ਹੁੰਦਾ ਹੈ, ਪਿਛਲੇ ਜਨਮ ਦੇ ਕੀਤੇ ਹੋਏ ਚੰਗੇ ਮਾੜੇ ਕਰਮਾਂ ਦੇ ਸਦਕਾ ਹੀ ਜਗ ਮਹਿ ਜੀਵ ਸਰੀਰਨ ਧਰਹੀ। ਉਹਨਾਂ ਕੁ ਮਨੁੱਖਾ ਜਾਮਾ ਮਿਲਣਾ ਜਾਂ ਕੋਈ ਹੋਰ ਜਾਮਾ ਮਿਲਣਾ, ਫਿਰ ਉਹਨਾਂ ਕੁ ਸਮਾਂ ਮਨੁੱਖ ਜਿਉਂਦਾ ਰਹਿੰਦਾ। ਜਿੰਨਾ ਕੁ ਕੋਈ ਪਿੱਛੇ ਕਰਮ ਕੀਤਾ ਹੁੰਦਾ ਉਹਦੇ ਹਿਸਾਬ ਨਾਲ ਹੀ ਮਾਰੇ ਕਹਿੰਦੇ ਸਿੱਖੋ, ਓਨੇ ਕੁ ਹਿਸਾਬ ਨਾਲ ਜਾਮਾ ਮਿਲਦਾ ਹੈ, ਉਸੇ ਕੁ ਹਿਸਾਬ ਨਾਲ ਹੀ ਬੰਦੇ ਨੂੰ ਸਵਾਸਾਂ ਦੀ ਪੂੰਜੀ ਮਿਲਦੀ ਹੈ। ਦੁਖ ਸੁਖ ਜਿਤ ਕਾ ਭੋਗ ਬੋ ਹੋਏ। ਤੇ ਦੁੱਖ ਤੇ ਸੁੱਖ ਉਹਨਾਂ ਕੀ ਭੋਗਦਾ ਹੈ, ਜਿੰਨੇ ਕਰਮ ਸ਼ੁਭ ਪਿੱਛੇ ਕੀਤੇ, ਕੋ ਪਿਛਲਾ ਲੇਖਾ ਹੈ ਉਹਦੇ ਅਨੁਸਾਰ ਹੀ ਪੁਰਬ ਲਿਖੇ ਕਰ ਲੈਣਾ, ਓਨੇ ਕੁ ਸੁੱਖ ਮਿਲਦੇ ਆ। ਤੇ ਜਿੰਨੇ ਕੁ ਕਰਮਾਂ 'ਚ ਲਿਖੇ ਓਨੇ ਦੁੱਖ ਫਿਰ ਇਸ ਜਨਮ ਵਿੱਚ ਭੋਗਣੇ ਪੈਂਦੇ ਆ। ਉੱਤਮ ਆਦ ਜਨਮ ਜੋ ਕੋਏ। ਤੇ ਫਿਰ ਜਨਮ ਕਿੱਥੇ ਹੋਣਾ, ਕਿਹੜੇ ਘਰ ਵਿੱਚ, ਉਹ ਚੰਗੇ ਹੋਣਗੇ ਕਿ ਮਾੜੇ ਹੋਣਗੇ, ਗਰੀਬੀ ਆ ਕਿ ਅਮੀਰੀ ਉਸ ਘਰ ਵਿੱਚ। ਚੰਗੇ ਘਰ ਵਿੱਚ ਉੱਚੀ ਨੀਵੀਂ ਕੁੱਲ ਵਿੱਚ ਜਨਮ ਹੋਣਾ, ਇਹ ਵੀ ਪਿਛਲੇ ਕਰਮਾਂ ਦਾ ਹੀ ਸਾਰਾ ਲੇਖਾ ਜੋਖਾ ਹੈ। ਜਿਤ ਕਾ ਸਮੇਂ ਲਗ ਸਵਾਸਨ ਧਰਤਾ। ਤੇ ਜਿੰਨੇ ਕੁ ਸਮੇਂ ਮਨੁੱਖ ਨੇ ਸਵਾਸ ਧਾਰਨ ਕਰਨੇ ਆ, ਭਾਵ ਜਿੰਨੀ ਕੁ ਉਹਦੀ ਉਮਰ ਹੋਣੀ ਹੈ, ਇਹ ਵੀ ਸਾਰਾ ਕੁਝ ਕਰਮਾਂ ਦੀ ਖੇਡ ਹੁੰਦੀ ਹੈ। ਤ੍ਰੈ ਕੋ ਅਹ ਵਿਧਾਤਾ ਕਰਤਾ। ਇਹ ਤਿੰਨਾਂ ਦਾ ਕਰਤਾ ਪਰਮੇਸ਼ਰ ਹੈ, ਕਿਸੇ ਦੇ ਵੱਸ ਨਹੀਂ। ਇੱਕ ਤਾਂ ਜਨਮ ਕਿਹੜੇ ਘਰ 'ਚ ਹੋਣਾ ਹੈ, ਉੱਚੇ ਕੁੱਲ ਹੈ ਕਿ ਨੀਵੀਂ ਕੁੱਲ ਹੈ, ਜਾਂ ਕੋਈ ਚੰਗੀ ਅਮੀਰੀ ਗਰੀਬੀ ਪਰਿਵਾਰ ਕਿਹੜਾ ਮਿਲਣਾ ਹੈ। ਦੂਜਾ ਵੀ ਸੁੱਖ ਤੇ ਦੁੱਖ, ਕਿੰਨੇ ਸੁੱਖ ਮਿਲਣੇ ਤੇ ਕਿੰਨੇ ਦੁੱਖ ਮਿਲਣੇ। ਤੀਜਾ ਕਿੰਨੇ ਸਾਹ ਮਿਲਣੇ ਆ, ਉਮਰ ਕਿੰਨੀ ਹੋਏਗੀ। ਇਹ ਤਿੰਨੇ ਚੀਜ਼ਾਂ, ਤਿੰਨੇ ਜਿਹੜੇ ਸਮੇਂ ਹੈ, ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਹੱਥ ਵਸ ਹੁੰਦੇ ਆ। ਜਨਮ ਹੋਣ ਤੇ ਪੂਰਬ ਕਾਲਾ। ਤੇ ਇਹ ਕਰਮਾਂ ਅਨੁਸਾਰ ਫਿਰ ਜਦੋਂ ਮਨੁੱਖ ਦਾ ਜਨਮ ਹੋਣਾ ਹੈ, ਜਨਮ ਤੋਂ ਪਹਿਲਾਂ ਹੀ ਇਹ ਸਾਰਾ ਲੇਖ ਅਕਾਲ ਪੁਰਖ ਲਿਖ ਦਿੰਦਾ ਹੈ। ਤੀਨਹੁ ਰਚੇ ਜੀਵ ਕਹਿ ਨਾਲਾ। ਤੇ ਇਹ ਤਿੰਨੇ ਮਨੁੱਖ ਦੇ ਨਾਲ ਹੀ ਲਿਖੇ ਲਿਖਾਏ ਆਉਂਦੇ ਵੀ ਕਿੱਥੇ ਜੰਮਣਾ, ਦੂਜਾ ਦੁੱਖ ਸੁੱਖ ਕਿੰਨੇ ਮਿਲਣੇ ਆ, ਤੇ ਤੀਜਾ ਉਮਰ ਕਿੰਨੀ ਹੋਏਗੀ। ਜਦੋਂ ਪ੍ਰਾਣੀ ਜੰਮਦਾ ਹੈ, ਉਹ ਜੰਮਣ ਦੇ ਨਾਲ ਹੀ ਉਹ ਸਾਰੀਆਂ ਇਹ ਤਿੰਨੇ ਚੀਜ਼ਾਂ ਉਹਦੇ ਨਾਲ ਲਿਖ ਕੇ ਮਸਤਕ ਤੇ ਪਰਮੇਸ਼ਰ ਧਰਤੀ ਤੇ ਭੇਜਦਾ ਹੈ। ਈਸ਼ਵਰ ਕੀ ਇਹ ਕਰੀ ਮਿਰਜਾਦ। ਤੇ ਇਹ ਪਰਮੇਸ਼ਰ ਦੀ ਮਰਿਆਦਾ ਕੀਤੀ ਹੋਈ, ਕਿਸੇ ਬੰਦੇ ਦੀ ਬਣਾਈ ਮਰਿਆਦਾ ਨਹੀਂ ਸਿੱਖੋ। ਉਹ ਬ੍ਰਾਹਮਣ ਨੂੰ ਸਮਝਾਓ ਵੀ ਇਹ ਕਿਸੇ ਦੇ ਵੱਸ ਥੋੜ੍ਹਾ ਜਿਹਾ ਪੁੱਤਰ ਚੜ੍ਹਾਈ ਕਰ ਗਿਆ, ਤਾਂ ਇਹ ਤਾਂ ਪਰਮੇਸ਼ਰ ਦੀ ਵਸਤੂ ਹੈ। ਉਹਨੇ ਕਰਮ ਲਿਖਿਆ ਸੀ, ਜੈਸਾ ਵੈਸਾ ਭੋਗਿਆ ਹੋਇਆ, ਵੈਸਾ ਭਾਣਾ ਵਾਪਰਿਆ ਹੈ। ਕੋ ਨਾ ਹਟਾਏ ਸਕਹਿ ਸੁਰ ਆਦ। ਤੇ ਦੇਵਤੇ ਆਦਿਕ ਵੀ ਇਹ ਨਹੀਂ ਹਟਾ ਸਕਦੇ, ਵੀ ਤਾਂ ਪਰਮੇਸ਼ਰ ਦੀ ਹੋਣੀ। ਵੱਡੇ ਵੱਡੇ ਦੇਵੀ ਦੇਵਤਿਆਂ ਨੂੰ ਜਾਣਾ ਪੈਂਦਾ, ਇਹ ਤਾਂ ਲੇਖ ਨਾ ਮਿਟਾਈ ਹੈ ਸਕੀ ਜੋ ਲਿਖਿਆ ਕਰਤਾਰ। ਲਿਖਿਆ ਹੋਇਆ ਮੱਥੇ ਦਾ ਲੇਖ ਦੇਵੀ ਦੇਵਤੇ ਆਦਿਕ ਵੀ ਨਹੀਂ ਬਦਲ ਸਕਦੇ ਹਨ। ਸੁਨਤ ਮਸੰਦ ਹਾਥ ਜੁਗ ਜੋਰ। ਮਹਾਰਾਜ ਦਾ ਬਚਨ ਸੁਣ ਕੇ ਜਿਹੜੇ ਮਸੰਦ ਸਨ, ਉਹਨਾਂ ਨੇ ਪਾਤਸ਼ਾਹ ਦੇ ਅੱਗੇ ਹੱਥ ਜੋੜੇ ਹੈ। ਬਾਹਿਰ ਜਾਏ ਗਇਓ ਦਿਜ ਔਰ। ਤੇ ਮਹਾਰਾਜ ਸਤ ਬਚਨ ਉਹਨਾਂ ਆਖਿਆ ਵੀ ਕਹਿ ਦੇਣੇ ਬਾਹਮਣ ਨੂੰ। ਉਹ ਮੁੜੇ ਸਿੱਖ ਜਾ ਕੇ ਡਿਉੜੀ ਤੇ ਜਿੱਥੇ ਬ੍ਰਾਹਮਣ ਤੇ ਬ੍ਰਾਹਮਣੀ ਬੈਠੇ ਹੋਏ, ਉਹਨਾਂ ਨੂੰ ਜਾ ਕੇ ਆਖਿਆ ਹੈ। ਕਹੀ ਗੁਰੂ ਕੀ ਸਕਲ ਸੁਨਾਈ। ਜੋ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਨੇ ਬਚਨ ਕੀਤੇ, ਉਹ ਸਾਰੇ ਇਹਨਾਂ ਦੋਹਾਂ ਨੂੰ ਸੁਣਾ ਦਿੱਤੇ ਆ। ਵਿਪਰ ਜਾਹੋ ਲੈ ਮ੍ਰਿਤਕ ਉਠਾਈ। ਵੀ ਮਹਾਰਾਜ ਨੇ ਆਖਿਆ ਵੀ ਇਹ ਤਾਂ ਵਿਧੀ ਵਿਧਾਨ ਪਰਮੇਸ਼ਰ ਦਾ ਬਣਾਇਆ, ਕਿਸੇ ਬੰਦੇ ਦਾ ਬਣਾਇਆ ਤਾਂ ਹੈ ਨਹੀਂ ਜਿਹੜਾ ਮੁੜ ਜਾਵੇ ਉਹਨੂੰ ਕਹਿ ਦਈਏ ਜਿਸ ਠਾਕਰ ਸਿਓ ਨਾਹੀ ਚਾਰਾ, ਉਹਦੇ ਨਾਲ ਕਿਹੜਾ ਜ਼ੋਰ ਆ ਕਿਸੇ ਦਾ। ਤਾਂ ਸਿੱਖ ਕਹਿੰਦੇ ਬ੍ਰਾਹਮਣ ਜੀ, ਆਪ ਜੀ ਆਪਣੇ ਪੁੱਤਰ ਨੂੰ ਲੈ ਜਾਓ ਤੇ ਇਹਦਾ ਅੰਤਮ ਸੰਸਕਾਰ ਕਰ ਦਿਓ ਜੀ। ਇਹ ਕਿਮ ਹੋਏ ਮਰਿਓ ਪੁਨ ਜੀਵੈ। ਮਹਾਰਾਜ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਵੀ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ
ਤੇ ਮਰਿਆ ਹੋਇਆ ਪੁਨः ਕਿਵੇਂ ਜਿਉਂਦਾ ਹੋ ਸਕਦਾ? ਨਹੀਂ ਹੋ ਸਕਦਾ ਹੈ। ਜੇ ਇਮ ਜੀਅ ਹੈ ਮਰਨ ਕਿਸ ਥੀਵੈ। ਜੇ ਇਸ ਤਰ੍ਹਾਂ ਹੀ ਕੋਈ ਮਰਿਆ ਹੋਇਆ ਜਿਉਂ ਪਵੇ ਤੇ ਫਿਰ ਮਰਨਾ ਕਿੰਨੇ ਆ ਫਿਰ ਸਾਰੀ, ਕਿਉਂਕਿ ਜੀਵਿਆ ਲੋੜ ਹੈ ਸਭ ਕੋਏ। ਕਿਹਦਾ ਜੀ ਕਰਦਾ ਸੰਸਾਰ ਤੋਂ ਜਾਣ ਨੂੰ? ਇਹ ਤਾਂ ਸਾਰਿਆਂ ਦੀ ਇੱਛਾ ਵੀ ਮੈਂ ਜਿਉਂਦਾ ਰਵਾਂ। ਜੇ ਇੱਦਾਂ ਹੀ ਜਿਉਂਦੇ ਹੋਣ ਜਾਣ ਸਾਰੇ ਮਹਾਰਾਜ ਕਹਿੰਦੇ, ਤੇ ਬ੍ਰਾਹਮਣ ਜੀ ਫਿਰ ਮਰੇਗਾ ਕੌਣ? ਸਾਰੇ ਹੀ ਜੀਵਿਆ ਲੋੜਦੇ ਹਨ। ਮੇਟ ਹੈ ਪ੍ਰਭ ਕੀ ਕੌਣ ਰਜਾਏ। ਇਹ ਤਾਂ ਪਰਮੇਸ਼ਰ ਦਾ ਹੁਕਮ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਹੇ ਬ੍ਰਾਹਮਣ ਜੀ, ਮਹਾਰਾਜ ਕਹਿੰਦੇ ਵੀ ਪਰਮੇਸ਼ਰ ਦੀ ਇਹ ਲਿਖਤ ਹੈ, ਪਰਮੇਸ਼ਰ ਦੀ ਰਜਾ ਹੈ, ਇਹ ਹਟ ਨਹੀਂ ਸਕਦੀ, ਇਹ ਮੁੜ ਨਹੀਂ ਸਕਦੀ। ਤੇ ਤੁਹਾਡੇ ਪੁੱਤਰ ਨੇ ਨਹੀਂ ਜੇ ਹੁਣ ਜਿਉਂਦੇ ਹੋਣਾ, ਇਹਨੂੰ ਆਪ ਜੀ ਵਾਪਸ ਲੈ ਜਾਓ ਜੀ। ਜੋ ਸਗਰੇ ਜਗ ਪਰ ਚਲ ਆਏ। ਇਹ ਇਕੱਲੇ ਤੁਹਾਡੇ ਨਾਲ ਨਹੀਂ, ਸਾਰੇ ਸੰਸਾਰ 'ਤੇ ਇਹ ਘਟਨਾ ਵਾਪਰਦੀ ਹੈ। ਕੋਈ ਲੰਮੀ ਉਮਰਾ ਭੋਗਦਾ ਬਾਲੇ ਬੂਢੇ ਤਰੁਨੇ ਭਈਆ ਸਭ ਹੂ ਜਮ ਲੈ ਜਈ ਹੈ ਰੇ। ਕੋਈ ਬੱਚਾ, ਕੋਈ ਨੌਜਵਾਨ ਚੜ੍ਹ ਜਾਂਦਾ, ਕੋਈ ਇਸੇ ਤਰ੍ਹਾਂ ਬਜ਼ੁਰਗ ਚੜ੍ਹਾਈ ਕਰ ਜਾਂਦਾ। ਇਹ ਤਾਂ ਵਿਧੀ ਦਾ ਵਿਧਾਨ ਹੈ, ਇਕੱਲੇ ਤੁਹਾਡੇ ਘਰ ਨਾਲ ਨਹੀਂ ਹੋਇਆ, ਇਹ ਤਾਂ ਕਈ ਪਾਸੇ ਇਹ ਪਾਣਾ ਵਾਪਰਿਆ। ਤਾਂ ਸਾਰੇ ਸੰਸਾਰ 'ਤੇ ਪਰਮੇਸ਼ਰ ਦਾ ਇੱਕੋ ਜਿਹਾ ਹੁਕਮ ਵਰਤਦਾ ਹੈ, ਮੌਤ ਕਿਸੇ ਨਾਲ ਲਿਹਾਜ਼ ਨਹੀਂ ਕਰਦੀ ਹੈ। ਸੁਨ ਦੇ ਜੇ ਕਹਿਓ ਗੁਰੂ ਸਤ ਦਿਓ। ਤੇ ਉਹ ਜਿਹੜਾ ਬ੍ਰਾਹਮਣ ਉਹ ਨਾ ਮੰਨੇ, ਉਹ ਕਹਿੰਦਾ ਨਹੀਂ ਤੁਸੀਂ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਇਹ ਸਾਨੂੰ ਭਾਈ ਇਹ ਪੁੱਤਰ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਹੈ। ਜਨਮਤ ਮਹਿ ਦਸਵੰਦੀ ਕੀਓ। ਤੇ ਅਸੀਂ ਜਦੋਂ ਇਹ ਜੰਮਿਆ ਸੀ ਉਦੋਂ ਅਰਦਾਸਾ ਕੀਤਾ ਸੀ ਤੇ ਗੁਰੂ ਕਾ ਆਇਆ ਹੈ, ਇਹ ਸਾਡਾ ਨਹੀਂ। ਅਸੀਂ ਇਹਨੂੰ ਗੁਰੂ ਕਾ ਦਸਵੰਧੀਆ ਦਿੱਤਾ ਹੋਇਆ ਵੀ ਇਹ ਸਾਡਾ ਨਹੀਂ, ਇਹ ਗੁਰੂ ਹਰਿ ਰਾਇ ਸਾਹਿਬ ਦੇ ਘਰ ਦਾ ਹੀ ਹੋਏਗਾ, ਸਾਡਾ ਕੋਈ ਦਾਵਾ ਨਹੀਂ ਹੋਏਗਾ। ਤਨ ਮਨ ਤੇ ਹੋ ਗੁਰ ਘਰ ਕੇਰਾ। ਅਸੀਂ ਤਾਂ ਤਨ ਕਰਕੇ ਮਨ ਕਰਕੇ ਆਖਿਆ ਸੀ ਵੀ ਹੇ ਗੁਰੂ ਹਰਿ ਰਾਇ ਸਾਹਿਬ ਜੀ, ਇਹ ਮਹਾਰਾਜ ਪੁੱਤਰ ਤੁਹਾਡਾ ਹੈ, ਪਾਤਸ਼ਾਹ ਸਾਡਾ ਨਹੀਂ ਹੈ। ਅਪਰ ਅਲੰਬ ਨ ਕੋ ਜਗ ਮੇਰਾ। ਤੇ ਨਾਲੇ ਸਾਨੂੰ ਭਾਈ ਗੁਰੂ ਹਰਿ ਰਾਇ ਸਾਹਿਬ ਤੋਂ ਬਿਨਾਂ ਹੋਰ ਆਸਰਾ ਹੀ ਕਿਹਦਾ ਹੈ? ਗੁਰੂ ਹਰਿ ਰਾਇ ਸਾਹਿਬ ਮਹਾਰਾਜ ਤੋਂ ਬਿਨਾਂ ਤਨ ਕਰਕੇ ਮਨ ਕਰਕੇ ਸਾਨੂੰ ਜਗ ਤੇ ਕਿਸੇ ਦਾ ਓਟ ਆਸਰਾ ਨਹੀਂ ਹੈ। ਜੇ ਰਾਖੇ ਨਹਿ ਬਨਹਿ ਗੁਸਾਈ। ਤੇ ਅਸੀਂ ਤਾਂ ਗੁਰੂ ਹਰਿ ਰਾਇ ਸਾਹਿਬ ਦਾ ਆਸਰਾ ਤੱਕਿਆ, ਹੋਰ ਅਸੀਂ ਤਾਂ ਕਦੇ ਕਿਸੇ ਵੱਲ ਵੇਖਿਆ ਤੱਕ ਨਹੀਂ। ਤੇ ਜੇ ਗੁਰੂ ਹਰਿ ਰਾਇ ਸਾਹਿਬ ਮਾਲਕ ਸਤਿਗੁਰੂ ਹੀ ਸਾਡੀ ਸਹਾਇਤਾ ਨਾ ਕਰਨ, ਜੇ ਮਹਾਰਾਜ ਪਾਤਸ਼ਾਹ ਨੇ ਸਾਡੇ ਸਹਾਈ ਨਹੀਂ ਹੋਣਾ ਹੈ, ਕਹੋ ਪਰ ਹੈ ਕਿਸ ਕੇ ਦਰ ਜਾਈ। ਤੇ ਸਾਨੂੰ ਫਿਰ ਦੱਸ ਦਿਓ, ਅਸੀਂ ਹੋਰ ਕਿਤੇ ਚਲੇ ਜਾਂਦੇ ਵੀ ਕੋਈ ਹੈ ਇਹੋ ਜਿਹਾ ਦਰ। ਜੇ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਨੇ ਸਾਡੀ ਬਾਂਹ ਨਹੀਂ ਫੜਨੀ ਤੇ ਦੱਸੋ ਭਾਈ ਫਿਰ ਅਸੀਂ ਹੋਰ ਕਿਹਦੇ ਚਰਨੀ ਲੱਗੀਏ ਜੀ। ਕਹਿ ਸੁਤ ਸੰਗਤ ਆਗਹੁ ਪ੍ਰਾਨੋ। ਇਸ ਕਰਕੇ ਗੁਰੂ ਹਰਿ ਰਾਇ ਸਾਹਿਬ ਨੂੰ ਆਖੋ ਵੀ ਜਾਂ ਤਾਂ ਸਾਡਾ ਪੁੱਤਰ ਜਿਉਂਦਾ ਕਰਨ, ਨਹੀਂ ਤਾਂ ਅਸੀਂ ਇਹਦੇ ਨਾਲ ਹੀ ਆਪਦੇ ਪ੍ਰਾਣ ਤਿਆਗ ਦੇਣੇ ਹੈ। ਕਹਿ ਜਿਵਾਏ ਹੈ ਕਿਰਪਾ ਨਿਧਾਨੋ। ਤੇ ਜਾਂ ਗੁਰੂ ਕਿਰਪਾ ਨਿਧਾਨ ਸਤਿਗੁਰੂ ਇਹਨੂੰ ਜਿਉਂਦਾ ਕਰ ਦੇਣ। ਇਮ ਕਹਿ ਲੋਚਨ ਮੋਚਿਤ ਜਲ ਕੋ। ਇਹਨਾਂ ਕਹਿ ਕੇ ਤੇ ਉਹ ਬ੍ਰਾਹਮਣ ਜਿਹੜਾ ਹੱਥ ਜੋੜ ਕੇ ਤੇ ਉੱਚੀ ਉੱਚੀ ਪੁੱਬਾਂ ਮਾਰ ਕੇ ਰੋਂਦਾ ਹੈ, ਨੇਤਰਾਂ ਚੋਂ ਡਲ ਡਿੱਗਦਾ ਹੈ। ਹਨ ਹੈ ਸੀਸ ਸੋ ਜੁਗ ਕਰ ਤਲ ਕੋ। ਤੇ ਆਪਣੀਆਂ ਤਲੀਆਂ ਜ਼ੋਰ ਜ਼ੋਰ ਦੀ ਆਪਣੇ ਮੱਥੇ ਤੇ ਸਿਰ ਤੇ ਮਾਰ ਰਿਹਾ ਹੈ। ਕਹਿ ਬਹੁ ਰਹੇ ਨ ਮਨ ਹੈ ਸੋਏ। ਸਿੱਖਾਂ ਨੇ ਬਹੁਤ ਸਮਝਾਇਆ ਵੀ ਇਹ ਨਹੀਂ ਹੋ ਸਕਦਾ, ਪਰ ਉਹ ਦੋਵੇਂ ਮੰਨਦੇ ਹੀ ਨਹੀਂ, ਪਤੀ ਪਤਨੀ। ਉਹਨਾਂ ਨੇ ਸਿੱਖਾਂ ਦਾ ਕੋਈ ਬਚਨ ਨਹੀਂ ਮੰਨਿਆ ਤੇ ਬਹੁਤ ਵਿਰਲਾਪ ਤੇ ਰੋਣ ਰੁਦਨ ਕਰਦੇ ਤੇ ਹੱਥੜੇ ਆਦਿਕ ਮਾਰਦੇ ਹਨ। ਦਰ ਪਰ ਰਹੇ ਗੁਰੂ ਕੇ ਦੋਏ। ਤੇ ਇਸੇ ਤਰ੍ਹਾਂ ਉਹ ਡਿਊੜੀ ਤੇ ਹੀ ਬੈਠੇ ਰਹੇ ਹੈ, ਹਿੱਲੇ ਨਹੀਂ ਤੇ ਰੋਈ ਜਾ ਰਹੇ ਹਨ। ਬੀਤ ਗਏ ਇਮ ਜਾਮ 2.5। 2.5 ਜਾਮ ਲੰਘ ਗਏ। 3 ਘੰਟੇ ਦੇ ਲਗਭਗ ਇੱਕ ਪਹਿਰ ਹੁੰਦਾ ਤੇ 2.5 ਪਹਿਰ ਭਾਵ ਸਵੇਰ ਲੰਘਦੀ ਸਾਧ ਸੰਗਤ ਜੀ। ਤੇ ਤਰਕਾਲਾਂ ਜਦੋਂ ਸ਼ਾਮ ਦਾ ਦੀਵਾਨ ਸੱਜਣਾ ਹੁੰਦਾ, ਇਹ ਸਮਾਂ ਆ ਗਿਆ ਹੈ। ਸੋਚ ਸਨਾਨ ਕੀਨ ਗੋਸਾਈ। ਇੱਧਰ ਗੁਰੂ ਹਰਿ ਰਾਇ ਸਾਹਿਬ ਨੇ ਜਾਣਿਆ ਦੀਵਾਨ ਦਾ ਸਮਾਂ, ਤੇ ਮਹਾਰਾਜ ਨੇ ਇਸ਼ਨਾਨ ਪਾਣ ਕੀਤਾ। ਸੰਧਿਆ ਸਮੇਂ ਮਹਾਰਾਜ ਇਸ਼ਨਾਨ ਕਰਦੇ, ਸ਼ੌਚਾਚਾਰ ਕਿਰਿਆਦਿਕ ਸੋਧੀ ਤੇ ਇਸ਼ਨਾਨ ਕੀਤਾ ਹੈ। ਸਭਾ ਲਗਨ ਕੋ ਸਮੋ ਵਿਚਾਰ। ਮਹਾਰਾਜ ਨੇ ਵਿਚਾਰਿਆ ਵੀ ਹੁਣ ਦੀਵਾਨ ਸਜਣ ਦਾ ਜਿਹੜਾ ਸ਼ਾਮ ਦੇ ਦੀਵਾਨ ਦਾ ਸਮਾਂ ਹੋਇਆ ਹੈ। ਸਿੱਖ ਮਸੰਦ ਪਹੁੰਚੇ ਦਰਬਾਰ। ਸਿੱਖ ਵੀ ਪਹੁੰਚਣ ਲੱਗ ਪਏ, ਸੰਗਤਾਂ ਤੇ ਮਸੰਦ ਸੀ ਜਿਹੜੇ ਉਹ ਵੀ ਗੁਰੂ ਕੇ ਦਰਬਾਰ ਪਹੁੰਚਣ ਲੱਗੇ ਹਨ। ਕੇਚਿਤ ਕਰਾਮਾਤ ਕੇ ਸਾਥ। ਕਈ ਜਿਹੜੇ ਭਾਰੀ ਕਰਾਮਾਤਾਂ ਦੇ ਸਹਿਤ ਬੜੇ ਗੁਰਮੁਖ ਪਿਆਰੇ ਬ੍ਰਹਮ ਗਿਆਨੀ, ਵੱਡੇ ਵੱਡੇ ਤਪੱਸਵੀ ਸਾਧੂ ਮਹਾਤਮਾ ਗੁਰੂ ਘਰ ਦੇ ਪ੍ਰੇਮੀ, ਉਹ ਵੀ ਦੀਵਾਨ ਵਿੱਚ ਪਹੁੰਚ ਰਹੇ ਆ। ਬੈਠੇ ਜਾਏ ਬੰਦ ਕਰ ਹਾਥ। ਸਤਿਗੁਰੂ ਹਰਿ ਰਾਇ ਸਾਹਿਬ ਮਹਾਰਾਜ ਦੀਵਾਨ ਵਿੱਚ ਸਜੇ ਹੋਏ ਬੇਅੰਤ ਸੰਗਤਾਂ ਤੇ ਗੁਰਮੁਖ ਪਿਆਰੇ ਮਹਾਤਮਾ ਸਾਧੂ ਸੰਤ
ਪਾਤਸ਼ਾਹ ਦੇ ਚਰਨੀ ਮੱਥੇ ਟੇਕ ਟੇਕ ਕੇ ਬੰਦਨਾ ਕਰ ਕਰਕੇ ਸੰਗਤ 'ਚ ਬਹਿੰਦੇ ਜਾਂਦੇ ਆ। ਦਾਸਨ ਤੇ ਪਰਵਾਰਤ ਭਏ। ਗੁਰੂ ਹਰਿ ਸਾਹਿਬ ਜੀ ਵਿਚਕਾਰ ਬੈਠੇ ਜਿਵੇਂ ਚੰਦਰਮਾ ਪਰਵਾਰਿਆ ਹੁੰਦਾ ਨਾ ਸਾਧ ਸੰਗਤ ਜੀ, ਭਾਵ ਚਫੇਰੇ ਤਾਰੇ ਹੋਣ, ਇਸ ਤਰ੍ਹਾਂ ਚਾਰ ਚਫੇਰਿਓਂ ਸਤਿਗੁਰੂ ਜੀ ਸਿੱਖਾਂ ਨਾਲ ਘਿਰੇ ਹੋਏ ਹਨ। ਤੁਰਤ ਚੌਰ ਸਿਰ ਪਰ ਦੁੱਤ ਮਈ। ਤੇ ਬੜੀ ਦੁੱਤ ਮੈ ਰੂਪ ਸੋਭਾ ਰੂਪ ਜਿਹੜਾ ਚੌਰ ਸਾਹਿਬ ਹੈ ਸਤਿਗੁਰਾਂ ਦੇ ਸੀਸ ਤੇ ਝੂਲਦਾ ਹੈ। ਕਮਲ ਬਿਲੋਚਨ ਚਾਰ ਬਿਸਾਲੇ। ਤੇ ਮਹਾਰਾਜ ਦੇ ਜਿਹੜੇ ਨੇਤਰ ਹੈ ਬਹੁਤ ਖੁੱਲੇ ਡੁੱਲੇ, ਜਿਵੇਂ ਮੋਟਾ ਚੰਗਾ ਕਮਲ ਦਾ ਪੰਖੜ ਹੁੰਦਾ, ਪੰਖੀ ਹੁੰਦੀ ਹੈ, ਚੰਗੇ ਖੁੱਲੇ ਡੁੱਲੇ ਮੋਟੇ ਮੋਟੇ ਸਤਿਗੁਰਾਂ ਦੇ ਨੇਤਰ ਹਨ। ਭਰੇ ਲਾਜ ਕਰਨਾ ਅਨਿਆਲੇ। ਤੇ ਕਿਰਪਾ ਦੇ ਸੱਚੇ ਪਾਤਸ਼ਾਹ ਭਰੇ ਹੋਏ ਜਿਹੜੇ ਨੇਤਰ ਹੈ ਨਾ, ਉਹ ਕਿਰਪਾ ਦੇ ਨਾਲ ਸਤਿਗੁਰਾਂ ਦੇ ਨੇਤਰ ਜਿਹੜੇ ਹੈ ਉਹ ਸਾਧ ਸੰਗਤ ਦੀ ਸੋਹਣੇ ਨੇਤਰ ਭਰੇ ਹੋਏ ਆ। ਮਿਹਰਾਂ ਦੀਆਂ ਸਾਧ ਸੰਗਤ ਦੀ ਅਣੀਆਂ ਇਹ ਮਹਾਰਾਜ ਦੇ ਨੇਤਰ ਕਹਿ ਲਓ ਮਿਹਰਾਂ ਨਾਲ ਕਿਰਪਾ ਦੇ ਨਾਲ ਲਬਾ ਲਬ ਭਰੇ ਹੋਏ ਹਨ। ਦਾਸਨ ਪਰ ਡਾਰਤ ਸ਼ੁਭ ਡੀਠ। ਤੇ ਸ਼੍ਰੇਸ਼ਟ ਨਿਤ ਡੀਠ ਹੁੰਦੀ ਨਜ਼ਰ। ਮਹਾਰਾਜ ਆਪਣੀ ਜਿਹੜੀ ਮਿਹਰ ਭਰੀ ਦ੍ਰਿਸ਼ਟੀ ਨਜ਼ਰ ਹੈ ਉਹ ਚਾਰ ਚਫੇਰੇ ਬੈਠੀ ਹੋਈ ਸਾਧ ਸੰਗਤ ਉੱਪਰ ਮਾਰ ਰਹੇ ਹਨ, ਤਾਰ ਰਹੇ ਹੈ। ਬ੍ਰਹਮ ਗਿਆਨ ਆਦਿਕ ਜਨ ਈਠ। ਤੇ ਬ੍ਰਹਮ ਗਿਆਨ ਤੋਂ ਆਦਿਕ ਜਿਹੜੇ ਜਨ ਸਿੱਖ ਈਠ ਹੁੰਦੇ ਆ ਸੁੰਦਰ, ਭਾਵ ਜਿਹੜੇ ਸ਼ੁਭ ਸਿੱਖ ਬੈਠੇ ਹੋਏ ਨਾ ਗੁਰੂ ਕੇ ਸੇਵਕ, ਜਿਹੜੇ ਬ੍ਰਹਮ ਗਿਆਨ ਆਦਿਕ ਦੀ ਇੱਛਾ ਰੱਖ ਕੇ ਆਏ ਹੋਏ ਹਨ। ਕਿਤਕ ਦੇਸ਼ ਕੇ ਰਹਿ ਮਸੰਦ। ਉਹਨਾਂ ਸਾਰਿਆਂ ਤੇ ਮਹਾਰਾਜ ਕਿਰਪਾ ਜਾਂ ਬ੍ਰਹਮ ਦਾ ਗਿਆਨ ਦੇਣ ਵਾਲੀ ਮਹਾਰਾਜ ਦੀ ਸੁੰਦਰ ਦ੍ਰਿਸ਼ਟੀ ਸਿੱਖਾਂ ਤੇ ਪੈ ਰਹੀ ਐ ਅਰਥ ਕਰ ਲੈਣ। ਹੋਰ ਬੜੇ ਮਸੰਦ ਸਿੱਖ ਜਿਹੜੇ ਵੱਡੇ ਕਾਫੀ ਜਿਹੜੇ ਪ੍ਰਸਿੱਧ ਸਿੱਖ ਹਨਗੇ, ਬੰਦਗੀ ਸਿਮਰਨ ਵਾਲੀਆਂ ਰੂਹਾਂ, ਉਹ ਵੀ ਮਹਾਰਾਜ ਦੀ ਸਭਾ ਵਿੱਚ ਸਜੀਆਂ ਹੋਈਆਂ ਹਨ। ਸੋ ਬੈਠੇ ਪਰਵਾਰਤ ਬ੍ਰਿੰਦ। ਸਤਿਗੁਰਾਂ ਨੂੰ ਘੇਰ ਕੇ ਸਾਰੇ ਚਾਰ ਚਫੇਰੋਂ ਚੌਂਕੜੇ ਲਾ ਕੇ ਸਜੇ ਹੋਏ ਹੈ। ਪੂਰਨ ਸਭਾ ਸ਼ੁਭਤ ਸਿੱਖ ਸਾਰੇ। ਸਤਿਗੁਰਾਂ ਦੀ ਸਭਾ ਸਿੱਖਾਂ ਦੇ ਨਾਲ ਲਬਾ ਲਬ ਭਰੀ ਹੋਈ, ਦੂਰ ਤੱਕ ਪੰਡਾਲ ਵਿੱਚ ਕਿਤੇ ਮਾਰ ਪੈਰ ਰੱਖਣ ਨੂੰ ਥਾਂ ਨਹੀਂ ਹੈ। ਉਡਗਨ ਜਥਾ ਚੰਦ ਪਰਵਾਰੇ। ਜਿਵੇਂ ਚੰਦਰਮਾ ਦੇ ਦੁਆਲੇ ਦੁਆਲੇ ਤਾਰੇ ਹੁੰਦੇ, ਗੁਰੂ ਹਰਿ ਸਾਹਿਬ ਚੰਦਰਮਾ ਦੇ ਨਿਮਿਤ ਹੈ ਤੇ ਜਿੰਨੇ ਸਿੱਖ ਤਾਰਿਆਂ ਵਾਂਗਰਾਂ ਸ਼ੋਭ ਰਹੇ ਹੈ। ਤਬ ਪ੍ਰਸੰਗ ਦਿਜ ਕੋ ਤਹ ਚਾਲਾ। ਤਾਂ ਕਿਸੇ ਸਿੱਖ ਨੇ ਨਾ ਫਿਰ ਉਹ ਬੇਨਤੀ ਕੀਤੀ, ਮਹਾਰਾਜ ਵੀ ਤੁਹਾਡੇ ਕੋਲ ਗਏ ਸਾਂ, ਅਸੀਂ ਬ੍ਰਾਹਮਣ ਦੀ ਸਾਖੀ ਸੁਣਾਈ ਤੁਹਾਨੂੰ ਸਾਰੀ, ਤੇ ਅਸੀਂ ਸਮਝਾਇਆ, ਤੁਹਾਡੇ ਬਚਨ ਹੋਏ, ਤੇ ਮਹਾਰਾਜ ਉਹ ਬ੍ਰਾਹਮਣ ਨਹੀਂ ਸਮਝਿਆ। ਅਸੀਂ ਆਖਿਆ ਵੀ ਲੈ ਜਾਓ, ਇਹ ਮੁਰਦਾ ਨਹੀਂ ਜਿਉਂਦਾ ਹੋ ਸਕਦਾ ਜਿਹੜਾ ਏਕਰੀ ਚੜ੍ਹਾਈ ਕਰ ਗਿਆ। ਤੋ ਇੱਦਾਂ ਸਿੱਖਾਂ ਨੇ ਉਹ ਬ੍ਰਾਹਮਣ ਦਾ ਸਾਰਾ ਪ੍ਰਸੰਗ ਸਭਾ ਵਿੱਚ ਬੈਠਿਆਂ ਸਤਿਗੁਰਾਂ ਨੂੰ ਸ਼ਰਵਣ ਕਰਾਇਆ ਹੈ। ਹਰਿਓ ਬਿਹਾਲ ਸੋਕ ਬਿਹਾਲਾ। ਮਹਾਰਾਜ ਬੜਾ ਮੰਦਾ ਹਾਲ ਹੋ ਰਿਹਾ, ਉਹ ਤਾਂ ਉੱਠਦੇ ਨਹੀਂ, ਬੜਾ ਭਾਰੀ ਵਿਗਾੜ ਪੈ ਰਿਹਾ। ਡਿਉੜੀ ਦੇ ਵਿੱਚ ਲਾਸ਼ ਰੱਖ ਕੇ ਬੈਠੇ ਹੋਏ ਆ। ਸੁਤ ਬਿਨ ਜਿਸ ਕੇ ਜੀਵਨ ਨ ਆਸਾ। ਤੇ ਮਹਾਰਾਜ ਉਹ ਕਹਿੰਦੇ ਵੀ ਪੁੱਤਰ ਤੋਂ ਬਿਨਾ ਸਾਡੀ ਜਿਉਣ ਦੀ ਕੋਈ ਆਸਾ ਨਹੀਂ ਹੈ ਜੀ। ਅਧਿਕ ਪ੍ਰੇਮ ਤੇ ਸੰਕਟ ਗ੍ਰਾਸਾ। ਤੇ ਮਹਾਰਾਜ ਬਹੁਤਾ ਪ੍ਰੇਮ ਹੋਣ ਕਰਕੇ ਪੁੱਤਰ ਨਾਲ ਚੜ੍ਹਾਈ ਕਰ ਗਿਆ ਕੱਲਾ, ਜਿਸ ਕਰਕੇ ਬੜੇ ਭਾਰੀ ਦੁੱਖ ਤੇ ਸੰਕਟ ਦੇ ਵਿੱਚ ਉਹ ਦੋਵੇਂ ਮਾਂ ਬਾਪ ਬ੍ਰਾਹਮਣ ਬ੍ਰਾਹਮਣੀ ਪਏ ਹੋਏ ਹਨ ਜੀ। ਕਰੋ ਕਿਰਪਾ ਜੀ ਆਪ ਕਿਰਪਾਲਾ। ਤੇ ਮਹਾਰਾਜ ਚਲੋ ਤਾਂ ਜਿੱਦ ਕਰੀ ਬੈਠੇ, ਆਪ ਤਾਂ ਕਿਰਪਾਲੂ ਦਿਆਲੂ ਹੋ ਸਿੱਖ ਕਹਿੰਦੇ ਮਹਾਰਾਜ ਨੂੰ, ਤੇ ਪਾਤਸ਼ਾਹ ਜੀ ਆਪ ਹੀ ਕਿਰਪਾ ਦੇ ਘਰ ਵਿੱਚ ਆਓ। ਜੇ ਤੁਸੀਂ ਮਹਾਰਾਜ ਉਹਨਾਂ ਬਿਰਧ ਬੁੱਢੇ ਬ੍ਰਾਹਮਣ ਤੇ ਬ੍ਰਾਹਮਣੀ ਤੇ ਕਿਰਪਾ ਕਰ ਦਿਓ ਜੀ। ਮਟਹ ਸਭਿਨ ਸੰਤਾਪ ਬਿਸਾਲਾ। ਚਲੋ ਨਾ ਦਾ ਸਭ ਤਰ੍ਹਾਂ ਕਰਕੇ ਜਿਹੜਾ ਸੰਤਾਪ ਹੈ, ਦੁੱਖ ਹੈ, ਉਹ ਨਾਸ਼ ਹੋ ਜਾਏਗਾ। ਮਹਾਰਾਜ ਵੀ ਤੁਸੀਂ ਕਿਰਪਾ ਕਰ ਦਿਓ, ਜੋ ਮੰਗਦਾ ਫਿਰ ਆਪ ਜੀ ਕਿਰਪਾ ਕਰਕੇ ਦੇ ਦਿਓ ਜੀ। ਬਾਲਕ ਜੀਐ ਪੁੰਨ ਵੱਡ ਹੋਏ। ਨਾਲੇ ਮਹਾਰਾਜ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋ ਜਾਏਗਾ, ਬੜਾ ਭਾਰੀ ਪੁੰਨ ਹੋ ਜਾਏਗਾ, ਕਿਸੇ ਨੂੰ ਪ੍ਰਾਣਾਂ ਦਾ ਦਾਨ ਮਿਲ ਜਾਏਗਾ। ਤੁਹਾਡੇ ਘਰ ਤਾਂ ਮਹਾਰਾਜ ਸਾਰਾ ਕੁਝ ਹੈ। ਮਰਹ ਜੋ ਦੰਪਤ ਉਬਰਹ ਸੋਏ। ਤੇ ਮਹਾਰਾਜ ਤਿੰਨ ਕੰਮ ਹੋ ਜਾਣੇ ਵੀ, ਇੱਕ ਤਾਂ ਬ੍ਰਾਹਮਣ ਦਾ ਉਹ ਪੁੱਤਰ ਉਹ ਜਿਉਂਦਾ ਹੋ ਜਾਣਾ, ਤੇ ਨਾਲ ਨੇ ਤਾਂ ਉਹ ਦੋ ਮਰ ਜਾਣੇ ਆ। ਇੱਕ ਦੇ ਜਿਉਂਦੇ ਕਰਨ ਨਾਲ ਤਿੰਨਾਂ ਦੀ ਜਾਨ ਮਹਾਰਾਜ ਬਚ ਜਾਣੀ ਹੈ। ਉਹ ਦੋਵੇਂ ਮਾਈ ਬਾਪ ਵੀ ਜਿਉਂਦੇ ਬਚ ਜਾਣਗੇ, ਨਹੀਂ ਤਾਂ ਉਹਨਾਂ ਮਰ ਜਾਣਾ ਹੈ। ਗੁਰ ਕੋ ਸਤਦ ਸੌਂਦੀ ਆਹ ਕੀਨ। ਤੇ ਬਾਕੀ ਉਹ ਤੁਹਾਡੇ ਹੀ ਘਰ ਦਾ ਸੇਵਕ ਸੀ, ਉਹਨਾਂ ਨੇ ਅਰਦਾਸ ਕੀਤਾ ਹੋਇਆ ਸੀ ਤੇ ਗੁਰੂ ਘਰ ਨੂੰ ਉਹਦਾ ਚੜਾਵਾ ਚੜਿਆ ਹੋਇਆ ਸੀ। ਉਹ ਤੁਹਾਡੇ ਚਰਨਾਂ ਦੇ ਵਿੱਚ ਹੀ ਪੱਕਾ ਛੱਡਣਾ ਹੈ ਸੀ ਪਾਲ ਕੇ। ਬਿਰਤ ਕਿਰਪਾਲ ਆਪ ਕੋ ਚੀਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਸਭ ਆਪ ਜੀ ਦਾ ਜਿਹੜਾ ਧਰਮ ਹੈ ਉਹ ਕਿਰਪਾਲੂ ਜਾਣਦੇ ਆ, ਵੀ ਤੁਸੀਂ ਸਭ ਤੇ ਕਿਰਪਾ ਕਰਨ ਵਾਲੇ ਹੋ, ਸਭ ਤੇ ਮਹਾਰਾਜ ਬੜੀ ਦਇਆ ਕਰਨ ਵਾਲੇ ਹੋ। ਪੁਨ ਪਰ ਰਹਿਓ ਰਾਬ ਦੇਹ ਪੌਰ। ਫਿਰ ਮਹਾਰਾਜ ਵੀ ਤੁਹਾਡੇ ਦਰਵਾਜ਼ੇ ਬੈਠਾ ਹੋਇਆ, ਤੁਹਾਡੇ ਚਰਨ ਸ਼ਰਨ ਗ੍ਰਹਿਣ ਕਰਕੇ ਤੁਹਾਡਾ ਆਸਰਾ ਤੱਕ ਕੇ
ਤੇ ਤੁਹਾਡੇ ਦੁਆਰੇ ਬੈਠਾ ਹੋਇਆ ਹੈ। ਦੰਪਤ ਕਹਿਤ ਮਰਹ ਇਸ ਠੌਰ। ਤੇ ਉਹ ਕਹਿੰਦੇ ਵੀ ਜੇ ਗੁਰੂ ਹਰਿਰਾਏ ਸਾਹਿਬ ਨੇ ਸਾਡਾ ਬੇਨਤਾ ਨਾ ਪ੍ਰਵਾਨ ਕੀਤਾ, ਅਸੀਂ ਇੱਥੇ ਡਿਉੜੀ ਤੇ ਬੈਠੇ ਬੈਠੇ ਮਰ ਜਾਣਾ, ਕੁਝ ਖਾ ਕੇ ਤੇ ਜਾਂ ਵੈਸੇ ਭੁੱਖਿਆਂ ਪ੍ਰਾਣ ਦੇ ਦੇਣੇ ਆ। ਸੁਨਤ ਸਭਾ ਤੇ ਸ੍ਰੀ ਹਰਿ ਰਾਏ। ਜਦੋਂ ਸਾਰੇ ਸਿੱਖਾਂ ਮਹਾਰਾਜ ਨੂੰ ਬੇਨਤੀਆਂ ਕੀਤੀਆਂ ਵੀ ਮਹਾਰਾਜ ਉਹ ਤਾਂ ਬਹੁਤ ਕਸੂਤਾ ਜਿਹਾ ਕੰਮ ਬਣ ਗਿਆ, ਸਤਿਗੁਰਾਂ ਨੇ ਨਾ ਸਾਰੇ ਸਿੱਖਾਂ ਦੀ ਬੇਨਤੀ ਸੁਣ ਕਰ ਜੋ ਹੋਵਤ ਸੋ ਪ੍ਰਭੂ ਰਜਾਏ। ਮਹਾਰਾਜ ਕਹਿੰਦੇ ਭਾਈ ਅਸੀਂ ਕੀ ਕਰੀਏ, ਇਹ ਤਾਂ ਪਰਮੇਸ਼ਰ ਦੀ ਰਜ਼ਾ ਨੇ, ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਉਹ ਭਾਈ ਭਾਣਾ ਵਾਪਰ ਜਾਂਦਾ। ਜਿੰਨੀ ਕੁ ਕਿਸੇ ਨੇ ਲਿਖਾਈ ਉਮਰ ਓਨੀ ਭੋਗਣੀ ਹੈ, ਇਹ ਤਾਂ ਪਰਮੇਸ਼ਰ ਦੀ ਮੌਜ ਹੈ। ਉਪਜਨ ਬਿਨਸਨ ਪ੍ਰਾਨੀ ਸਾਥ। ਇਹ ਤਾਂ ਜੰਮਣਾ ਤੇ ਮਰਨਾ ਮਨੁੱਖ ਨਾਲ ਬਣਿਆ ਹੀ ਹੈ। ਜਿਹੜਾ ਜੰਮਿਆ ਉਹਨੇ ਸੰਸਾਰ ਤੋਂ ਜਾਣਾ ਵੀ ਹੈ। ਜੋ ਲਗ ਕਿਰਪਾ ਕਰਹਿ ਨਹਿ ਨਾਥ। ਤੇ ਇਸ ਕਰਕੇ ਇਹ ਤਾਂ ਜਦੋਂ ਤੱਕ ਜਿਹੜਾ ਨਾਥ ਉਹ ਮਾਲਕ ਹੈ ਨਾ, ਅਕਾਲ ਪੁਰਖ ਸਿੱਖੋ, ਜਿੰਨਾ ਸਮਾਂ ਅਕਾਲ ਪੁਰਖ ਆਪ ਕਿਰਪਾ ਨਹੀਂ ਕਰਦਾ ਕਿਸੇ ਤੇ, ਜੋਗ ਭਗਤ ਕੈ ਹੋਏ ਬ੍ਰਹਮ ਗਿਆਨ। ਤੇ ਨਾ ਤਾਂ ਭਗਤੀ ਮਿਲਦੀ ਹੈ ਤੇ ਨਾ ਬ੍ਰਹਮ ਗਿਆਨ ਦੇ ਬੰਦਾ ਯੋਗ ਹੁੰਦਾ ਜੁੜਦਾ ਪਰਮੇਸ਼ਰ ਨਾਲ। ਵੀ ਮਨੁੱਖਾ ਜਾਮਾ ਵੀ ਉਹ ਦਿੰਦਾ ਤੇ ਮੌਤ ਵੀ ਉਹ, ਤੇ ਮਨੁੱਖਾ ਜਾਮਾ ਮਿਲਿਆ ਤਾਂ ਪਰਮੇਸ਼ਰ ਨਾਲ ਜੁੜਨ ਵਾਸਤੇ ਹੈ ਨਾ। ਪਰ ਵੇਖੋ ਪਰਮੇਸ਼ਰ ਨਾਲ ਜੁੜਿਆ ਵੀ ਤਾਂ ਹੀ ਜਾਂਦਾ ਹੈ ਜੋ ਅਕਾਲ ਪੁਰਖ ਪਰਮੇਸ਼ਰ ਚਾਹਵੇ ਤਾਂ ਹੀ ਬ੍ਰਹਮ ਗਿਆਨ ਦੇ ਤੇ ਭਗਤੀ ਦੇ ਯੋਗ ਮਨੁੱਖ ਹੁੰਦਾ ਹੈ। ਇਨ ਤੇ ਜਨਮ ਮਰਨ ਹੋਏ ਹਨ। ਤੇ ਭਾਈ ਜੇ ਮਨੁੱਖਾ ਜਾਮਾ ਮਿਲ ਕੇ ਜਦੋਂ ਅਕਾਲ ਪੁਰਖ ਫਿਰ ਕਿਰਪਾ ਕਰਦਾ ਹੈ, ਫਿਰ ਮਨੁੱਖ ਜਿਹੜਾ ਹੈ ਨਾ ਉਹ ਭਗਤੀ ਕਰਕੇ ਤੇ ਬ੍ਰਹਮ ਗਿਆਨ ਦੇ ਯੋਗ ਹੋ ਜਾਂਦਾ। ਜਦੋਂ ਬ੍ਰਹਮ ਗਿਆਨ ਮਿਲ ਜਾਂਦਾ ਫਿਰ ਉਹਦੇ ਨਾਲ ਜੰਮਣ ਮਰਨ ਨਾਸ਼ ਹੋ ਜਾਂਦਾ। ਫਿਰ ਨਾ ਤਾਂ ਜੰਮਦਾ ਮਨੁੱਖ, ਨਾ ਨਾਸ਼ ਹੁੰਦਾ ਮਰਦਾ ਹੈ, ਭਾਵ ਮੁਕਤੀ ਮਿਲ ਜਾਂਦੀ, ਪਰਮੇਸ਼ਰ 'ਚ ਅਭੇਦ ਹੋ ਜਾਈਦਾ ਹੈ। ਮਰਿਓ ਜੀਵਾਵਨ ਭਲੀ ਨਾ ਬਾਤ। ਇਸ ਕਰਕੇ ਭਾਈ ਜੇ ਮਰ ਕੇ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ, ਵੀ ਬੰਦਗੀ ਸਿਮਰਨ ਦੇ ਨਾਲ ਮਨ ਨੂੰ ਮਾਰ ਲੈਣਾ, ਬ੍ਰਹਮ ਗਿਆਨ ਦੇ ਯੋਗ ਹੋ ਜਾਣਾ, ਐਸੀ ਕਿਰਪਾ ਪਰਮੇਸ਼ਰ ਦੀ ਹੋਵੇ, ਪਰਮੇਸ਼ਰ 'ਚ ਹੀ ਫਿਰ ਲੀਨ ਹੋ ਜਾਂਦਾ ਮਨੁੱਖ, ਫਿਰ ਜੰਮਦਾ ਮਰਦਾ ਨਹੀਂ। ਜੰਮਣ ਮਰਨ ਤੋਂ ਇੱਕ ਹੀ ਹੱਲ ਹੈ ਛੁੱਟਣ ਦਾ, ਉਹ ਨਾਮ ਹੈ ਬਿਨਾਂ ਹਰ ਭਜਨ ਨਹੀਂ ਛੁਟਕਾਰਾ। ਫਿਰ ਮਹਾਰਾਜ ਕਹਿੰਦੇ ਸਿੱਖੋ, ਜੇ ਕੋਈ ਮਰ ਜਾਂਦਾ ਚੜ੍ਹਾਈ ਕਰ ਜਾਂਦਾ ਹੈ ਨਾ, ਸਵਾਸਾਂ ਦੀ ਪੂੰਜੀ ਭੋਗ ਕੇ ਪਿਛਲਾ ਕੋਈ ਕਰਮ ਹੁੰਦਾ ਹੈ, ਮਰੇ ਹੋਏ ਨੂੰ ਜਿਉਂਦਾ ਕਰਦੇ ਨਾ ਉਹ ਪਰਮੇਸ਼ਰ ਦੇ ਸ਼ਰੀਕ ਬਣਨਾ ਹੈ। ਉਹ ਅਕਾਲ ਪੁਰਖ ਪਰਮੇਸ਼ਰ ਦੇ ਭਾਣੇ ਵਿੱਚ ਹੁਕਮ ਵਿੱਚ ਖਿਆਨਤ ਪਾਉਣਾ ਹੈ, ਕੋਈ ਚੰਗਾ ਕੰਮ ਨਹੀਂ ਹੁੰਦਾ ਹੈ। ਜੋ ਸਭ ਕੇ ਸਿਰ ਬੀਤਤ ਜਾਤ। ਬਾਕੀ ਹੁਣ ਮੌਤ ਕਿਸੇ ਇੱਕ ਨੂੰ ਨਹੀਂ ਨਾ ਆਉਂਦੀ, ਫਿਰ ਉਹ ਤਾਂ ਸਾਰਿਆਂ ਦੀ ਮਹਾਰਾਜ ਕਹਿੰਦੇ ਸਭ ਦੇ ਸਿਰ ਤੇ ਟੁਕਣੀ ਹੈ ਭਾਈ, ਸਾਰਿਆਂ ਦੀ ਇਹ ਸਮਾਂ ਆਉਣਾ ਹੈ। ਕੌਣ ਹੈ ਜਿਹੜਾ ਸੰਸਾਰ ਤੇ ਜੰਮਿਆ ਨਹੀਂ ਤੇ ਕੌਣ ਹੈ ਜਿਹੜਾ ਜੰਮ ਕੇ ਮਰਿਆ ਨਹੀਂ, ਸਭ ਨੂੰ ਸੰਸਾਰ ਤੇ ਆਉਣਾ ਹੈ ਤੇ ਸਭ ਨੂੰ ਜਾਣਾ ਪੈਂਦਾ ਹੈ। ਰਾਵ ਰੰਗ ਗਨ ਨਿਤ ਹੀ ਮਰੈ। ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ, ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਧੈ ਤੀਰ। ਰਾਜੇ ਗਏ ਇੱਥੋਂ ਸੰਸਾਰ ਤੋਂ, ਫਿਰ ਇਹ ਨਹੀਂ ਇਕੱਲੇ ਰਾਜੇ ਗਏ, ਮਹਾਰਾਜ ਕਹਿੰਦੇ ਫਿਰ ਨੰਗ ਮਲੰਗ ਜਿਹੜੇ ਕੋਈ ਗਰੀਬ ਉਹ ਵੀ ਜਾਂਦੇ ਆ, ਛੋਟੇ ਵੱਡੇ ਉੱਚੇ ਨੀਵੇਂ ਜਾਤ ਕੁਜਾਤ ਨਹੀਂ ਮੌਤ ਵੇਂਹਦੀ ਗੀ। ਇਸ ਕਰਕੇ ਜੰਮਣ ਮਰਨ ਤਾਂ ਸਾਰਿਆਂ ਦੇ ਸਿਰ ਦੇ ਉੱਪਰ ਹੈ। ਰਾਜੇ ਵੀ ਮਰਦੇ ਹੈ ਤੇ ਕੋਈ ਜਿਹੜਾ ਨੰਗ ਮਲੰਗ ਹੈ ਉਹ ਵੀ ਮਰਦਾ ਹੈ। ਸੁਨ ਇਮ ਹਮਰੇ ਦਰ ਪਰ ਪਰੈ। ਤੇ ਇਸ ਤਰ੍ਹਾਂ ਉਹਨਾਂ ਨੂੰ ਨਹੀਂ ਚਾਹੀਦਾ, ਸਾਡੇ ਦਰ ਤੇ ਬੈਠੇ ਆ ਠੀਕ ਹੈ, ਤੇ ਪਰ ਇਹ ਤਾਂ ਆਪ ਹੀ ਚਾਹੀਦਾ ਵੀ ਜੇ ਹੈ ਤੇ ਉਹ ਨਾ ਹੀ ਕਰਨ ਜਿੱਦ, ਚੜ੍ਹਾਈ ਕਰ ਗਿਆ ਤਾਂ। ਫਿਰ ਜੇ ਅਸੀਂ ਜਿਉਂਦਾ ਕਰ ਦਿੱਤਾ ਤੇ ਫਿਰ ਰਾਜੇ ਤੇ ਭਾਵ ਸੰਸਾਰ ਤੇ ਛੋਟੇ ਵੱਡੇ ਤਾਂ ਮਰਦੇ ਹੀ ਰਹਿਣੇ, ਤੇ ਫਿਰ ਸਾਰੇ ਆ ਕੇ ਸਾਡੇ ਦਰਵਾਜ਼ੇ ਤੇ ਪੈ ਜਾ ਕਰਨਗੇ ਵੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਜਿਉਂਦਾ ਕਰੋ, ਕਿਉਂਕਿ ਪੁੱਤਾਂ ਦੀ ਤਾਂ ਸਭ ਨੂੰ ਲੋੜ ਹੈ, ਕੌਣ ਕਹਿੰਦਾ ਮੇਰਾ ਚੜ੍ਹਾਈ ਕਰੇ। ਤੋ ਮਹਾਰਾਜ ਕਹਿੰਦੇ ਇਹ ਤਾਂ ਭਾਈ ਪਰਮੇਸ਼ਰ ਦਾ ਵਿਧਾਨ ਹੈ, ਸਭ ਨੂੰ ਲੋੜ ਹੈ, ਪਰਿਵਾਰਾਂ ਦੀ ਸਭ ਨੂੰ ਲੋੜ ਹੈ, ਅੰਸ ਬੰਸ ਦੀ, ਧੀਆਂ ਪੁੱਤਾਂ ਦੀ, ਤੇ ਸਾਡੇ ਦਰਵਾਜ਼ੇ ਤੇ ਫਿਰ ਸਾਰੇ ਆਇਆ ਕਰਨਗੇ। ਅਸੀਂ ਇੱਕ ਨੂੰ ਮੋੜਾਂਗੇ, ਕਿਹਨੂੰ ਮੋੜਾਂਗੇ ਤੇ ਕਿਹਦੀ ਲਾਜ ਰੱਖਾਂਗੇ, ਸਾਡੇ ਆਸਤੇ ਸਾਰੇ ਇੱਕੋ ਜਿਹੇ ਹਨ ਜੀ। ਗੁਰ ਤੇ ਸੁਨਤ ਸਭਾ ਉਪਕਾਰੀ। ਇਸ ਕਰਕੇ ਉਹਨਾਂ ਨੂੰ ਕਹੋ ਵੀ ਭਾਣਾ ਮੰਨ ਲੈਣ। ਸਤਿਗੁਰਾਂ ਤੋਂ ਐਸੇ ਸਭਾ ਨੇ ਜਦੋਂ ਬਚਨ ਸੁਣੇ ਪਰ ਉਪਕਾਰ ਦੇ, ਜੀਹ ਬਾਲ ਜਿਮ ਬਹੁਰ ਉਚਾਰੀ। ਉਹ ਫਿਰ ਨਾ ਸਿੱਖ ਫਿਰ ਬੋਲੇ, ਜਿਵੇਂ ਮਤਲਬ ਤਰਸ ਆਇਆ ਹੋਇਆ ਸਿੱਖਾਂ ਨੂੰ, ਤੇ ਚਲੋ ਉਹਨਾਂ ਦਾ ਬੁਢਾਪਾ ਵੇਖ ਕੇ ਵੀ ਜਿਹਦੇ ਨਾਲ ਬੱਚਾ ਜਿਉਂ ਪਏ, ਫਿਰ ਸਿੱਖਾਂ ਨੇ ਮਰ ਨੂੰ ਤਰਲਾ ਮਾਰਿਆ ਤੇ ਬੇਨਤੀ ਕੀਤੀ ਹੈ। ਰਾਵਰ ਕਹੋ ਸਕਲ ਹੀ ਸਾਚੀ। ਮਹਾਰਾਜ ਵੀ ਜੋ ਆਪ ਜੀ ਨੇ ਬਚਨ ਕਿਹਾ ਹੈ ਪਾਤਸ਼ਾਹ ਜੀ, ਸਾਨੂੰ ਪਤਾ ਹੈ ਪਾਤਸ਼ਾਹ ਵੀ ਇਹਦੇ ਵਿੱਚ ਕੋਈ ਝੂਠ ਨਹੀਂ ਹੈ,
ਸੰਸਾਰ ਤੇ ਜਨਮ ਤੇ ਮੌਤ ਬਣੀ ਆਈ ਹੈ। ਤੁਮਰੀ ਸ਼ਰਨ ਨਹੀਂ ਦੁਖ ਅੰਚੀ। ਪਰ ਮਹਾਰਾਜ ਇਹ ਵੀ ਸੱਚ ਹੈ ਵੀ ਤੁਹਾਡੀ ਸ਼ਰਨ ਵਿੱਚ ਪਏ ਹੋਏ ਨੂੰ ਦੁੱਖ ਨਹੀਂ ਲੱਗਦਾ। ਮਹਾਰਾਜ ਇਹ ਵੀ ਤੁਹਾਡੇ ਹੀ ਬਚਨ ਹੈ ਨਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਧ ਸੁਆਮੀ ਸੰਦਾ। ਤੁਹਾਡੀ ਸ਼ਰਨ ਕੋਈ ਮਲ ਲਾਵੇ ਉਹਨੂੰ ਦੁੱਖ ਦੀ ਆਂਚ ਨਹੀਂ ਲੱਗਦੀ, ਮਾਸਾ ਜਿਹੜਾ ਨਾ ਦੁੱਖ ਉਹ ਨਹੀਂ ਲੱਗਦਾ ਹੈ, ਸ਼ੋਕ ਨਹੀਂ ਲੱਗਦਾ ਹੈ ਜੀ। ਸਰਬ ਪ੍ਰਕਾਰ ਮਹਾ ਸਮਰੱਥ। ਤੇ ਮਹਾਰਾਜ ਵੀ ਉੱਥੇ ਜਿਹੜਾ ਲੇਖ ਲਿਖਦਾ ਉਹ ਵੀ ਤਾਂ ਤੁਹਾਡਾ ਹੀ ਰੂਪ, ਤੁਹਾਡਾ ਹੀ ਸਰਗੁਣ ਸਰੂਪ ਇੱਥੇ ਹੈ। ਤੁਸੀਂ ਆਪ ਪਰਮੇਸ਼ਰ ਹੋ, ਸਰਬ ਕਲਾ ਸਮਰੱਥ ਹੋ ਜੀ। ਭੰਜਨ ਗੜਨ ਆਪ ਕੇ ਹੱਥ। ਸੰਸਾਰ ਨੂੰ ਬਣਾ ਦੇਣਾ ਤੇ ਸੰਸਾਰ ਨੂੰ ਨਾਸ਼ ਕਰ ਦੇਣਾ, ਕਿਸੇ ਨੂੰ ਜਨਮ ਦੇਣਾ ਤੇ ਕਿਸੇ ਨੂੰ ਮੌਤ ਦੇਣੀ, ਮਹਾਰਾਜ ਉਹ ਸਾਰਾ ਜਿਹੜਾ ਵਰਤਾਰਾ ਹੈ ਆਪ ਜੀ ਦੇ ਹੱਥ ਵਸ ਹੈ ਜੀ। ਵਿਪਰ ਭਰਿਓ ਬੀਤਿਓ ਚਿਰਕਾਲ। ਤੇ ਮਹਾਰਾਜ ਵੇਖੋ ਹੁਣ ਬ੍ਰਾਹਮਣ ਕਦੋਂ ਦਾ ਤੁਹਾਡੇ ਦਰਵਾਜ਼ੇ ਪਿਆ ਹੋਇਆ ਤੇ ਬੜਾ ਭਾਰੀ ਉਹ ਰੋਦਨ ਕਰਦਾ ਹੈ, ਬੜਾ ਭਾਰੀ ਰੋਂਦਾ ਹੈ, ਤਰਲੇ ਮਾਰਦਾ, ਬੜਾ ਵਰਲਾਪ ਕਰਦਾ ਹੈ। ਕਸ਼ਟ ਸ਼ੋਕ ਤੇ ਹੋਇਆ ਬਿਕਰਾਲ। ਤੇ ਮਹਾਰਾਜ ਬੜਾ ਕਸ਼ਟ ਹੋ ਰਿਹਾ, ਦੁੱਖ ਬੜਾ ਭਿਆਨਕ ਉਹਦੇ ਉੱਪਰ ਪੈ ਗਿਆ ਹੈ ਜੀ। ਅਨੇਕ ਲੋਕ ਅਵਲੋਕਨ ਕਰੈ। ਤੇ ਵੇਖੋ ਤੁਹਾਡੀ ਦਰਸ਼ਨੀ ਨਿਉੜੀ ਤੇ ਉਹ ਬੈਠਾ ਆਪਦੇ ਪੁੱਤਰ ਦੀ ਲੋਥ ਰੱਖ ਕੇ ਆਉਂਦੀਆਂ ਜਾਂਦੀਆਂ ਸੰਗਤਾਂ ਉਹਨੂੰ ਰੋਂਦੇ ਨੂੰ ਵੇਂਦੀਆਂ ਹਨ। ਆਸ ਆਪ ਕੀ ਸਗਰੇ ਧਰੈ। ਤੇ ਸਾਰੇ ਸਿੱਖ ਵੀ ਇਹ ਆਸ ਕਰਦੇ ਆ ਵੀ ਗੁਰੂ ਹਰਿ ਸਾਹਿਬ ਜੀ ਕਿਰਪਾ ਕਰ ਦੇਣ ਤੇ ਜਿਉਂਦਾ ਹੋ ਜਾਏ। ਜੇ ਨਹ ਜੀਅ ਨਿਰਾਸੇ ਹੋਏ। ਮੰਨ ਲਓ ਮਹਾਰਾਜ ਵੀ ਜੇ ਉਹ ਜਿਉਂਦਾ ਨਾ ਹੋਇਆ ਤੇ ਉਹ ਬ੍ਰਾਹਮਣ ਤੇ ਬ੍ਰਾਹਮਣੀ ਮਾਂ ਬਾਪ ਨਿਰਾਸੇ ਹੋ ਗਏ, ਭਾਵ ਨਿਰਾਸ ਹੋ ਗਏ। ਤੁਹਾਡੇ ਘਰੋਂ ਜੇ ਉਹਦੀ ਆਸ ਨਹੀਂ ਪੂਰੀ ਹੋਈ ਤਾਂ ਮਤ ਅਨੁਸਾਰ ਬਕੈ ਸਭ ਕੋਈ। ਤੇ ਮਹਾਰਾਜ ਫਿਰ ਲੋਕ ਨਿੰਦਾ ਕਰਨਗੇ ਗੁਰੂ ਘਰ ਦੀ ਵੀ ਇੱਥੇ ਹੈ ਕਿ ਗੁਰੂ ਹਰਿ ਸਾਹਿਬ ਦਾ ਦਸੌਂਧੀਆ ਹੋਵੇ, ਅਰਦਾਸ ਕਰਾਇਆ ਪੁੱਤਰ ਜਿਹੜਾ ਗੁਰੂ ਘਰ ਦੇ ਵਾਸਤੇ, ਘਰ ਦਾ ਕੋਈ ਕੰਮ ਨਹੀਂ ਉਹ ਦਸੌਂਧੀਆ ਹੁੰਦਾ ਵੀ ਜਿਹੜਾ ਪਾਲ ਕੇ ਤੇ ਫਿਰ ਗੁਰੂ ਘਰ ਦੇ ਦੇਣਾ ਨੂੰ ਘਰ ਵਾਸਤੇ ਆਪਦੀ ਨਿੱਜ ਲੋੜ ਵਾਸਤੇ ਨਾ ਵਰਤਣਾ। ਜਿਵੇਂ ਗੁਰੂ ਘਰ ਵਰਤ ਲਵੇ ਆਪਦੀ ਮੌਜ 'ਚ ਰਹਿ ਕੇ ਉਸੇ ਤਰ੍ਹਾਂ ਸਾਰੀ ਉਮਰ ਕੱਢ ਲਵੇ। ਉਹਨੂੰ ਘਰ ਵਾਦਾ ਨਾ ਧੰਦਾ ਤੇ ਨਾ ਉਹਦੇ ਤੋਂ ਕੋਈ ਆਸ ਰੱਖਣੀ ਵੀ ਸਾਨੂੰ ਕੋਈ ਸੰਭਾਲੇਗਾ ਜਾਂ ਇਹ ਜ਼ਮੀਨ ਜਾਇਦਾਦ ਮੱਲੇਗਾ, ਉਹਨੂੰ ਦਸਾਉਂਦੀ ਆ ਕਹਿੰਦੇ ਕਹਿੰਦੇ ਮਹਾਰਾਜ ਜਿਹੜਾ ਹੈ ਹੀ ਆਪ ਜੀ ਦਾ ਹੈ ਸੀ ਤੇ ਜੇ ਨਾ ਇਹ ਆਪ ਜੀ ਨੇ ਕਿਰਪਾ ਕੀਤੀ ਤੇ ਮਤ ਅਨੁਸਾਰ ਨਿੰਦਕ ਲੋਕ ਗੁਰੂ ਘਰ ਦੀ ਨਿੰਦਾ ਕਰਿਆ ਕਰਨਗੇ, ਬੱਕੜਵਾਦ ਕਰਨਗੇ ਜੀ। ਸਭਾ ਸਮੇਤ ਮਨੋਰਥ ਸਭ ਹਿਨ। ਮਹਾਰਾਜ ਵੀ ਇਹ ਕਿਰਪਾ ਕਰੋ। ਫਿਰ ਮਹਾਰਾਜ ਨੇ ਜਦੋਂ ਸੁਣਿਆ ਵੀ ਸਾਰੀ ਸਭਾ ਹੀ ਜਿੰਨੇ ਸਿੱਖ ਬੈਠੇ ਆ ਉਹ ਸਾਰੇ ਸਿੱਖਾਂ ਦੀ ਇਹੀ ਇੱਛਾ ਹੈ, ਨਿਜ ਸੁਤ ਜੀਅ ਭਲੀ ਹੋਏ ਤਿਸ ਛਿਨ। ਸਾਰੇ ਇਹ ਚਾਹੁੰਦੇ ਵੀ ਇਹ ਪੁੱਤਰ ਜਿਉਂਦਾ ਹੋ ਜਾਵੇ ਮਾਈ ਬਾਪ ਦਾ, ਇਸੇ ਵਿੱਚ ਹੀ ਸਾਰੇ ਖੁਸ਼ੀ ਮਨਾਉਣਗੇ ਤੇ ਸਾਰੇ ਆਪਦਾ ਤੇ ਪਰਿਵਾਰ ਦਾ ਭਲਾ ਲੋਚਦੇ ਆ। ਬਾਰ ਬਾਰ ਸਿੱਖ ਦਾਸ ਮਸੰਦ। ਸਿੱਖਾਂ ਨੇ ਵੀ ਮਸੰਦਾਂ ਨੇ ਵੀ ਜਦੋਂ ਵਾਰ-ਵਾਰ ਸਤਿਗੁਰੂ ਹਰਿ ਸਾਹਿਬ ਨੂੰ ਬੇਨਤੀ ਕੀਤੇ ਹਨ। ਤਿਜ ਕੀ ਫਰਮਾਇਸ਼ ਕਹਿ ਬ੍ਰਿੰਦ। ਜਦੋਂ ਮਸੰਦਾਂ ਨੇ ਨਾ ਬਹੁਤੀ ਗੁਰੂ ਹਰਿ ਸਾਹਿਬ ਨੂੰ ਇਹ ਬ੍ਰਾਹਮਣ ਦੇ ਪੁੱਤ ਜਿਉਂਦਾ ਕਰਨ ਦੀ ਜਦੋਂ ਫਰਮਾਇਸ਼ ਕੀਤੀ ਹੈ, ਸਿਫਾਰਿਸ਼ ਕੀਤੀ ਹੈ, ਸਭ ਤੇ ਸੁਨ ਕਰ ਸ੍ਰੀ ਹਰਿ ਰਾਏ। ਸਾਰਿਆਂ ਤੋਂ ਸੁਣਦਿਆਂ ਹੋਇਆਂ ਨਾ ਵਾਰ-ਵਾਰ ਜਦੋਂ ਸਾਰੀ ਬੇਨਤੀਆਂ ਕਰੀ ਜਾਂ ਨਹੀਂ ਮਹਾਰਾਜ ਕਰੋ, ਮਹਾਰਾਜ ਇਦਾਂ ਕਰੋ, ਜਿਦ ਦੀ ਸੰਗਤ ਸਤਿਗੁਰਾਂ ਸੁਣਦਿਆਂ ਹੋਇਆਂ ਰਿਸ ਤੇ ਤਮਕ ਕੁਛ ਕ ਮਨ ਲਿਆਏ। ਮਹਾਰਾਜ ਨੇ ਫਿਰ ਸਾਧ ਸੰਗਤ ਜੀ ਗਰੀਬ ਨਵਾਜ ਥੋੜਾ ਗੁੱਸੇ ਦੇ ਨਾਲ ਨਾ ਜਦੋਂ ਨਾ ਸੰਗਤ ਮੰਨੇ ਮਹਾਰਾਜ ਦਾ ਬਚਨ ਫਿਰ ਬੇਨਤੀਆਂ ਕਰਦੀ ਰਹੀ। ਫਿਰ ਮਹਾਰਾਜ ਨੇ ਥੋੜਾ ਵੀਰ ਰਸ ਵਿੱਚ ਆ ਕੇ ਗੁੱਸੇ ਦੇ ਨਾਲ ਦਬਕਾ ਜਾ ਮਾਰ ਕੇ ਬਚਨ ਕੀਤਾ ਹੈ। ਕਹਿਓ ਸਭਿਨ ਮਹਿ ਊਚ ਸੁਨਾਇਓ। ਉੱਚੀ ਆਵਾਜ਼ ਦੇ ਵਿੱਚ ਸਤਿਗੁਰੂ ਹਰਿ ਸਾਹਿਬ ਜੀ ਸਿੰਘਾਸਣ ਤੋਂ ਖੜੇ ਹੋ ਗਏ ਤੇ ਉੱਚੀ ਆਵਾਜ਼ ਵਿੱਚ ਫਿਰ ਸੰਗਤ ਨੂੰ ਆਖਿਆ ਹੈ, ਜੇ ਤੁਮ ਹਮ ਤੇ ਚਾਹਤ ਜਿਵਾਇਓ। ਮਹਾਰਾਜ ਫਿਰ ਗੁੱਸੇ ਨਾਲ ਦਬਕੇ ਚ ਕਹਿੰਦੇ ਮਰ ਕਹਿੰਦੇ ਸਿੱਖੋ, ਜੇ ਤੁਸੀਂ ਇਹ ਬਾਹਮਣ ਦਾ ਪੁੱਤ ਸਾਥੋਂ ਜਿਉਿਆਂ ਕਰਿਆ ਚਾਹੁੰਦੇ ਹੋ, ਜਿਉਂਦਾ ਕੀਤਾ ਲੋਚਦੇ ਹੋ, ਲਖ ਦੇ ਜਦੀਨ ਕਰਹੁ ਫਰਮਾਇਸ਼। ਜੇ ਤੁਸੀਂ ਵਾਰ-ਵਾਰ ਉਹ ਬ੍ਰਾਹਮਣ ਦੀ ਫਰਮਾਇਸ਼ ਕਰਦੇ ਹੋ ਵੀ ਚਲੋ ਉਹ ਨਿਮਾਣਾ ਹੈ ਜੀ, ਕੱਲਾ ਪੁੱਤਰ ਹੈ ਉਹਦਾ ਜਿਉਂਦਾ ਕਰ ਦਿਓ, ਜੇ ਤੁਸੀਂ ਇੰਨੀਆਂ ਫਰਮਾਇਸ਼ਾਂ ਕਰਦੇ, ਜੇ ਤੁਹਾਨੂੰ ਉਹਦਾ ਇੰਨਾ ਹੇਜ ਹੈ, ਇੰਨਾ ਦੁੱਖ ਲੱਗ ਰਿਹਾ ਹੈ, ਇਕ ਉਪਕਾਰ ਕਰਹੁ ਹਮ ਆਇਸ। ਮਹਾਰਾਜ ਕਹਿੰਦੇ ਫਿਰ ਸਾਡੀ ਆਗਿਆ ਮੰਨ ਕੇ ਇੱਕ ਹੋਰ ਪਰਉਪਕਾਰ ਕਰਦੇ ਉਸ ਬ੍ਰਾਹਮਣ ਦੇ ਉੱਪਰ, ਪੋਤੀ ਜਿਉਂਦਾ ਕਰਨਾ ਹੈ ਨਾ, ਤੇ ਫਿਰ ਤੁਸੀਂ ਇੰਨੇ ਤੁਹਾਨੂੰ ਹੇਜ ਆ ਜੇ ਬ੍ਰਾਹਮਣ ਦਾ ਤੇ ਤੁਸੀਂ ਫਿਰ ਇੱਕ ਹੋਰ ਕੰਮ ਕਰ ਦਿਓ, ਇੱਕ ਭਲੇ ਦਾ ਕਾਰਜ ਹੀ ਹੈ, ਸਾਡੇ ਆਖੇ ਲੱਗਣਾ ਕਰੋ। ਆਪਣੀ ਦੇਹੋ ਆਰ ਬਲ ਕੋਈ। ਮਹਾਰਾਜ ਕਹਿੰਦੇ ਵੀ ਜਿਉਂਦਾ ਕਰ ਦਿੰਦੇ ਆ, ਪਰਮੇਸ਼ਰ ਦਾ ਵਿਧਾਨ ਹੈ ਵੀ ਭਾਈ ਉਹਨੂੰ ਕੋ ਉਮਰ ਦੇ ਦਿਓ ਆਪਦੀ। ਜਿੰਨੇ ਸਿੱਖ ਸਿਫਾਰਸ਼ਾਂ ਕਰਦੇ ਜੇ ਨਾ ਵੀ ਮਹਾਰਾਜ ਕਿਰਪਾ ਕਰੋ, ਮਹਾਰਾਜ ਕਹਿੰਦੇ ਕਰ ਦਿੰਦੇ ਕਿਰਪਾ, ਤੁਹਾਡੇ 'ਚੋਂ ਕੋਈ ਖੜਾ ਹੋ ਜਾਵੇ ਤੇ ਅਰਦਾਸ ਕਰ ਦੇਵੇ ਵੀ ਮੈਂ ਆਪਦੀ ਉਮਰ ਮਹਾਰਾਜ ਅਰਦਾਸੇ ਕਰਵਾਉਣਾ,
ਆਪਦੀ ਉਮਰ ਕੋਈ ਦੇ ਦੇਣੀ ਕਰੇ, ਹਾਂ ਕਰਦੇ ਵੀ ਮਹਾਰਾਜ ਮੈਂ ਉਮਰ ਦਿੰਦਾ ਹਾਂ। ਤਿਜ ਕੋ ਪੁੱਤਰ ਜਿਵਾਵਹਿ ਤੇ ਸੂਈ। ਮਹਾਰਾਜ ਕਹਿੰਦੇ ਇਹਦੀ ਕਿਹੜੀ ਗੱਲ ਹੈ, ਜਿਹੜਾ ਆਪਦੀ ਉਮਰ ਦੇ ਦੇਵੇਗਾ ਆਪਦੀ ਉਮਰ ਬ੍ਰਾਹਮਣ ਦੇ ਮਰੇ ਪੁੱਤਰ ਨੂੰ ਦੇ ਦਿਓ ਤੇ ਅਸੀਂ ਜਿਉਂਦਾ ਕਰ ਦਿੰਦੇ ਹਾਂ। ਇਹੋ ਗੁਰ ਬਾਕ ਸਭਾ ਸੁਨ ਸਾਰੀ। ਜਦੋਂ ਮਹਾਰਾਜ ਨੇ ਬਚਨ ਆਖਿਆ ਨਾ, ਜਿਹੜੇ ਬਹੁਤੇ ਤਰਲੇ ਲੈਂਦੇ ਸੀ ਮਹਾਰਾਜ ਵੀ ਆਪ ਜੀ ਤੁਹਾਡੇ ਤੋਂ ਸਭ ਕੁਝ ਹੈ ਤੁਹਾਡੇ ਘਰ ਵਿੱਚ, ਜਦੋਂ ਮਹਾਰਾਜ ਕਹਿੰਦੇ ਵੀ ਕਰ ਦਿੰਦੇ ਜਿਉਂਦਾ, ਕੋਈ ਖੜਾ ਹੋਵੇ ਤੈਨੂੰ ਉਮਰ ਦੇ ਦੇਵੇ ਆਪਦੀ, ਸਾਰੀ ਸਭਾ ਨੇ ਜਦੋਂ ਮਹਾਰਾਜ ਦੇ ਮੁਖੋਂ ਬਚਨ ਸੁਣੇ ਆ ਕਹੀ ਤੂਛਨੀ ਕੁਛ ਨਾ ਉਚਾਰੀ। ਫਿਰ ਚੁੱਪ ਕਰ ਗਏ, ਕੋਈ ਨਾ ਬੋਲਿਆ, ਕਿਉਂਕਿ ਸਾਧ ਸੰਗਤ ਜੀ ਕਿਹਦਾ ਜੀ ਕਰਦਾ ਮਰਨ ਨੂੰ, ਸੰਸਾਰ ਛੱਡਣ ਨੂੰ, ਉਤੋਂ ਤੋਂ ਹੀ ਹੇਜ ਆਉਂਦਾ। ਦੁੱਖ ਮੈਂ ਮਿਥਿਆ ਭਾਵਨਾ ਸੁਖਦ ਭਾਵਨਾ ਸੱਤ। ਜਦੋਂ ਕੋਈ ਦੁਖੀ ਹੁੰਦਾ ਸੰਗਤ ਜੀ, ਉਦੋਂ ਮਿਥਿਆ ਭਾਵਨਾ ਹੁੰਦੀ। ਤੁਹਾਡੇ ਦੂਜੇ ਜਿਹੜਾ ਕੋਲ ਖੜਾ ਹੈ, ਕਿਸੇ ਦੇ ਲੱਤ ਟੁੱਟ ਗਈ, ਕੋਈ ਆਖੇ ਨਾ ਜੀ ਤੇਰੀ ਲੱਤ ਟੁੱਟੀ ਮੈਨੂੰ ਬਹੁਤ ਦੁੱਖ ਹੈ, ਉਹਨੂੰ ਕਾਹਦਾ ਦੁੱਖ, ਲੱਤ ਤਾਂ ਜਿਹਦੀ ਟੁੱਟੀ ਉਹਨੂੰ ਦੁੱਖ ਹੈ ਨਾ, ਉਹਨੂੰ ਕਾਹਦਾ ਦੁੱਖ ਹੈ। ਇਸ ਤਰ੍ਹਾਂ ਜਿਹੜਾ ਸੁੱਖ ਹੁੰਦਾ ਹੈ ਕਿਸੇ ਦਾ, ਸੁੱਖ 'ਚ ਭਾਵਨਾ ਸੱਚੀ ਹੁੰਦੀ ਹੈ। ਜਿਵੇਂ ਕੋਈ ਸੁੱਖ ਹੈ ਵਿਆਹ ਵੂ ਹੋਵੇ ਕਿਸੇ ਦਾ, ਅਤੇ ਉਹ ਜਿਵੇਂ ਕੋਈ ਡੀਜੇ ਡੂਜੇ ਲਾ ਕੇ ਸ਼ਰਾਬ ਪੀ ਕੇ ਜਿਹੜੇ ਬੜਕਾ ਮਾਰਦੇ, ਉਹ ਸੱਚੀ ਖੁਸ਼ੀ ਉਹਨਾਂ ਨੂੰ, ਉਹ ਰੱਜ ਕੇ, ਕਿਉਂਕਿ ਸ਼ਰਾਬ ਮਿਲ ਗਈ ਪੀਣ ਨੂੰ, ਖਾਣ ਨੂੰ ਮੀਟ ਮਿਲ ਗਿਆ, ਉਹ ਦਿਲੋਂ ਖੁਸ਼ ਹੁੰਦੇ। ਜਦੋਂ ਤੁਸੀਂ ਸੁਖੀ ਹੋਵੋਗੇ, ਤੁਹਾਡੇ ਸੁੱਖ 'ਚ ਜਿਹੜਾ ਸ਼ਰੀਕ ਹੋਵੇਗਾ ਉਹ ਵੀ ਖੁਸ਼ ਹੁੰਦਾ, ਪੂਰਾ ਰੱਜ ਰੱਜ ਕੇ। ਜਿਹੜੇ ਬੜਕਾ ਮਾਰਦੇ ਉਹ ਦਿਲੋਂ ਮਾਰਦੇ ਹੁੰਦੇ, ਅਤੇ ਵੀ ਅਸੀਂ ਬੜੇ ਖੁਸ਼ ਹਾਂ। ਪਰ ਜਦੋਂ ਦੁੱਖ ਪੈਂਦਾ ਹੈ ਅਤੇ ਦੁੱਖ ਵਿੱਚ ਕਿਸੇ ਦੀ ਭਾਵਨਾ ਸੱਚੀ ਨਹੀਂ ਹੁੰਦੀ, ਉਹ ਕਹਿ ਰਿਹਾ ਹੁੰਦਾ ਵੀ ਮੈਨੂੰ ਬੜਾ ਦੁੱਖ ਹੈ ਜੀ, ਪਰ ਉਹਨੂੰ ਦੁੱਖ ਕਾਹਦਾ। ਮਹਾਰਾਜ ਕਹਿੰਦੇ ਵੀ ਚਲੋ ਕਰ ਦਿੰਦੇ ਜਿਉਂਦਾ, ਆਓ ਜੀ ਉਮਰ ਦੇ ਦਿਓ। ਇੰਨੇ ਸਿੱਖ ਹਜ਼ਾਰਾਂ ਦੀ ਗਿਣਤੀ 'ਚ ਸਿਫਾਰਸ਼ਾਂ ਕਰਦੇ ਆ। ਸੁਣ ਕੇ ਸਾਰਿਆਂ ਨੇ ਧੌਣਾ ਸੁੱਟ ਲਈਆਂ, ਕੋਈ ਨਹੀਂ ਬੋਲਿਆ, ਚੁੱਪ ਕਰ ਗਏ ਹਨ। ਗਰੀਵ ਨੀਵ ਧੀਵਨ ਚਿਤਵੰਤੇ। ਤੇ ਫਿਰ ਥੱਲੇ ਬਹਿ ਗਏ ਸਾਰੇ ਦਵਾ ਦਵ, ਵੀ ਕਿਤੇ ਮਹਾਰਾਜ ਵੇਖ ਕੇ ਆਵਾਜ਼ ਨਾ ਮਾਰ ਲੈਣ। ਤੇ ਧੌਣਾ ਵੀ ਇੱਕ ਦੂਜੇ ਤੋਂ ਮੋਢਿਆਂ ਤੋਂ ਪਿਛਾਂ ਦੀ ਪਿਛਾਂ ਥੱਲੇ ਕਰ ਲਈਆਂ, ਵੀ ਕਿਤੇ ਸਾਡਾ ਸਿਰ ਨਾ ਦਿਸ ਜਾਵੇ ਮਹਾਰਾਜ ਨੂੰ। ਨਿਜ ਬੈ ਦੀਨੀ ਔਰ ਨਾ ਚਹੰਤੇ। ਤੇ ਤਾਂ ਨਹੀਂ ਚੁੱਕਦੇ, ਫਿਰ ਮੂੰਹ ਥੱਲੇ ਦੀ ਥੱਲੇ ਹੀ ਵੜੇ ਜਾਂਦੇ ਆ। ਕਿਉਂਕਿ ਹੁਣ ਕੌਣ ਆਪਦੀ ਉਮਰ ਦੇਵੇ, ਕਿਸੇ ਦਾ ਮਨ ਨਹੀਂ ਕਰਦਾ ਵੀ ਆਪਦੀ ਉਮਰ ਮੈਂ ਹੁਣ ਮਹਾਰਾਜ ਦਾ ਹੁਕਮ ਮੰਨ ਕੇ ਦੇ ਦੇਵਾਂ ਜੀ। ਸਮੁਖ ਨਹੀਂ ਸਤਿਗੁਰ ਕੀ ਹੈਰਾ। ਫਿਰ ਮਹਾਰਾਜ ਵੱਲ ਵੇਖਣੋਂ ਹੀ ਹਟ ਗਏ। ਜਿਹੜੇ ਮਹਾਰਾਜ ਨੂੰ ਸਿਫਾਰਸ਼ਾਂ ਕਰਦੇ ਸੀ ਨਾ, ਫਿਰ ਵੇਖਣ ਹੀ ਨਾ ਗੁਰੂ ਹਰਿ ਸਾਹਿਬ ਮਹਾਰਾਜ ਵੱਲ, ਸਿਰ ਥੱਲੇ ਸੁੱਟ ਲਾਏ ਤੇ ਬਿਲਕੁਲ ਐਨ ਵੀ ਜਿਵੇਂ ਅਸੀਂ ਕੁਝ ਵੇਖਿਆ ਹੀ ਨਹੀਂ, ਐਦਾਂ ਹੋ ਗਏ। ਇੱਥੇ ਗਿਆ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ, ਪਿੰਡਰਾਂ ਵਾਲੇ, ਦਮਦਮੀ ਟਕਸਾਲ ਵਾਲੇ ਮਹਾਂਪੁਰਖ, ਕਹਿੰਦੇ ਕਿਸੇ ਦੇ ਇੱਥੇ ਘਰ ਗਏ। ਚਲੋ ਉਹਨਾਂ ਦਾ ਨਾ ਕੋਈ ਪਰਿਵਾਰ ਦਾ ਸੀ ਜੀ, ਅਤੇ ਉਹ ਬੜਾ ਆਜਜ਼ ਸੀਗਾ, ਜਿਵੇਂ ਕੋਈ ਸਰੀਰ ਉਹਦਾ ਲੱਤਾਂ ਆਦਿਕ ਮਾਰੀਆਂ ਹੋਈਆਂ, ਅਤੇ ਉਹ ਮੰਜੇ 'ਤੇ ਸੀ ਅਤੇ ਔਖਾ ਬੜਾ। ਅਤੇ ਉਹ ਇੱਦਾਂ ਕੋਈ ਨਾਲ ਜਿਵੇਂ ਕੋਈ ਹੈ ਸੀ ਸੇਵਕ ਨਾਲ ਗਿਆ ਹੋਇਆ, ਜਿਹੜਾ ਉਹ ਪਿੰਡ ਦਾ ਹੀ ਸੀਗਾ, ਜਿਵੇਂ ਅੱਗੋਂ ਜਿਨ੍ਹਾਂ ਦੇ ਜਾਣ ਪਛਾਣ ਹੈ ਸੀ, ਮਹਾਂਪੁਰਖਾਂ ਦਾ ਪ੍ਰੇਮੀ ਸੀ ਉਹ ਵੀ, ਕੋਈ ਪਰਿਵਾਰ ਦੇ ਨਾਲ ਦੇ ਘਰ ਹੀ ਸੀ ਉਹ ਵੀ। ਉਹ ਫਿਰ ਆਖੇ ਮਹਾਰਾਜ ਵੀ ਇਹਦੀ ਅਰਦਾਸ ਕਰ ਦਿਓ, ਆਪ ਜੀ ਕਿਰਪਾ ਕਰੋ। ਅਤੇ ਉਹ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ ਬਹੁਤ ਘੱਟ ਬੋਲਦੇ ਸਨ, ਉਹ ਬੋਲਣ ਨਾ। ਉਹ ਫਿਰ ਆਖੇ ਮਹਾਰਾਜ ਆਪ ਦੀ ਇਹ ਬਹੁਤ ਔਖਾ ਹੈ ਜੀ, ਅਤੇ ਇਹਦੀ ਅਰਦਾਸ ਕਰੋ। ਅਤੇ ਉਹ ਮਹਾਂਪੁਰਖ ਫਿਰ ਕੋਈ ਗੱਲ ਟਾਲ ਦਿਆ ਕਰਨ, ਕੋਈ ਹੋਰ ਗੱਲ ਚਲਾ ਲਿਆ ਕਰਨ, ਫਿਰ ਆਖਣ ਵਾਰ-ਵਾਰ 2-4 ਵਾਰੀ ਜਦੋਂ ਕਿਹਾ, ਅਤੇ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ ਬਾਂਹ ਫੜ ਲਈ ਉਹਦੀ, ਕਹਿੰਦੇ ਕਰ ਦਿੰਦੇ, ਅਤੇ ਜਿਹੜਾ ਇਹਦਾ ਕਰਮ ਹੈ ਤੂੰ ਅਰਦਾਸ ਕਰਾ ਦੇ, ਵੀ ਕੋਈ ਪਰਵਾਹ ਨਹੀਂ, ਵੀ ਮੈਨੂੰ ਦੇ ਦਿਓ ਅਤੇ ਅਰਦਾਸ ਕਰ ਦਿੰਦੇ, ਇਹ ਕਿਹੜੀ ਗੱਲ ਹੈ। ਫਿਰ ਕੰਬ ਗਿਆ, ਫਿਰ ਕਿੱਥੇ ਬੋਲੇ। ਕਿਤੇ ਨਾ ਮਹਾਰਾਜ ਨਹੀਂ ਅਰਦਾਸ ਫਿਰ ਇੱਦਾਂ ਹੁੰਦੀ, ਕਹਿੰਦੇ ਹੋਰ ਕਿਵੇਂ ਹੁੰਦੀ, ਵੀ ਜਿਹੜਾ ਕਰਮ ਹੈ ਉਹਦਾ, ਉਹ ਤਾਂ ਹੁਣ ਉਹਨੇ ਭੋਗਣਾ ਹੈ ਨਾ। ਅਤੇ ਅਸੀਂ ਕੌਣ ਹੈ ਪਰਮੇਸ਼ਰ ਦੇ ਸ਼ਰੀਕ ਬਣਨ ਵਾਲੇ। ਅਰਦਾਸ ਹੁੰਦੀ ਹੈ ਬਾਣੀ ਦੀ। ਕੋਈ ਜਪ ਤਪ ਸਾਧ ਸੰਗਤ ਜੀ, ਜਿਹੜਾ ਕੋਈ ਮਹਾਤਮਾ ਉਹ ਕੋਈ ਪਖੰਡ ਲੱਖ ਕਰੀ ਜਾਏ, ਪਰ ਇਹ ਸੱਚ ਹੈ ਵੀ ਜਦੋਂ ਤੁਸੀਂ ਕਿਸੇ ਦਾ ਕੋਈ ਅਰਦਾਸਾ ਬੇਨਤਾ ਕਰਦੇ ਹੋ, ਆਪਦਾ ਜਪ ਤਪ ਦੇਣਾ ਪੈਂਦਾ ਮਹਾਰਾਜ ਨੂੰ, ਗਰੀਬ ਨਵਾਜ ਪਾਤਸ਼ਾਹ ਨੂੰ। ਕਿਉਂਕਿ ਕਿਸੇ ਨੇ ਹੁਣ, ਕਿਉਂਕਿ ਪੂਰਾ ਨਿਆਂ ਕਰੇ ਕਰਤਾਰ ਪਰਮੇਸ਼ਰ ਨੇ, ਤਾਂ ਉਹ ਤਾਂ ਨਿਆਂ ਕਰਨਾ ਹੈ ਨਾ। ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ, ਮਹਾਰਾਜ ਦੀ ਬਾਣੀ ਕਹਿੰਦੀ ਹੈ ਵੀ ਜਿਹੋ ਜਿਹਾ ਅਗਲੇ ਨੇ ਬੀਜਿਆ, ਹੁਣ ਉਦੋਂ ਪਾਪ ਕਰਨ ਲੱਗੇ ਤਾਂ ਸੰਕੋਚ ਨਹੀਂ ਕਰਦੇ, ਕਹਿੰਦੇ ਜੀ ਰੱਬ ਹੈ ਹੀ ਨਹੀਂ। ਫਿਰ ਜਦੋਂ ਘੁੰਮ ਘੁਮਾ ਕੇ ਫਸ ਜਾਂਦੇ ਆ, ਫਿਰ ਉਦੋਂ ਸਾਧ ਸੰਗਤ ਦੀ, ਫਿਰ ਉਹ ਜਿਹੜਾ ਕੁਝ ਉਹਨਾਂ ਨੇ ਕੀਤਾ ਉਹ ਬਖਸ਼ਾਉਣ ਵਾਸਤੇ ਕੋਈ ਉਹੋ ਜਿਹੀ ਜਪੀ ਤਪੀ ਰੂਹ ਹੋਵੇ ਤੇ ਬਖਸ਼ਾ ਸਕਦੀ ਉਹਨਾਂ ਦਾ, ਅਤੇ ਨਹੀਂ ਤਾਂ ਫਿਰ ਉਹ ਸਜ਼ਾ ਤਾਂ ਸਾਧ ਸੰਗਤ ਦੀ ਸਜ਼ਾ ਹੈ ਨਾ। ਅਤੇ ਪਰਮੇਸ਼ਰ ਨੇ ਤਾਂ ਕੁਝ ਨਹੀਂ ਕੀਤਾ। ਤੁਸੀਂ ਕਣਕ ਬੀਜਦੇ ਹੋ ਇੱਥੇ ਖੇਤ 'ਚ, ਅਤੇ ਕਣਕ ਹੀ ਉੱਗਣੀ, ਝੋਨਾ ਨਹੀਂ ਉੱਗੇਗਾ। ਸ਼ੁਭ ਕਰਮ ਬੀਜੋ, ਚੰਗੇ ਕਰਮ ਕਰੋ, ਉਹਦਾ ਫਲ ਸੁੱਖ ਹੋਵੇਗਾ, ਕਿਸੇ ਜਾਮੇ 'ਚ ਵੀ ਮਿਲੇ। ਮਾੜਾ ਕਰਮ ਕਰੋ, ਬੀਜਿਆ ਹੋਇਆ ਬੀਜ ਹੈ ਉਹ ਵੱਢਣਾ ਪੈਣਾ। ਅਤੇ ਉਹ ਫਿਰ ਇਹ ਆ ਵੀ ਬੀਜੇ ਕੋਈ ਅਤੇ ਫਿਰ ਵੱਢੇ ਕੋਈ, ਹਰੇਕ ਦੀ ਇੱਛਾ ਇਹੀ ਹੁੰਦੀ ਹੈ। ਉਹ ਫਿਰ ਜਦੋਂ ਕਿਸੇ ਕਰਮ ਦਾ ਆਪਾਂ ਨੂੰ ਨਹੀਂ ਗਿਆਨ, ਪਿੱਛੇ ਕੀ ਕੁਝ ਕੀਤਾ ਆਪਾਂ,
ਤੇ ਉਹ ਜਦੋਂ ਫਿਰ ਸਾਧ ਸੰਗਤ ਜੀ ਇੱਦਾਂ ਕੋਈ ਹੋ ਜਾਂਦਾ, ਪਹਿਰਾ ਵਰਤ ਜਾਂਦਾ ਨਾ, ਪਿਛਲੇ ਕੀਤੇ ਕਰਮ ਦੇ ਸਦਕਾ, ਇਸ ਜਨਮ ਦਾ ਨਹੀਂ, ਕਈ ਵਾਰ ਇਸ ਜਨਮ 'ਚ ਨਹੀਂ ਕੁਝ ਕੀਤਾ, ਇਹ ਤਾਂ ਲੰਮੀ ਖੇਡ ਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਇੱਥੇ ਤਾਂ ਰਾਮ ਚੰਦਰ ਵਰਗਿਆਂ ਨੂੰ ਸਾਧ ਸੰਗਤ ਜੀ ਹਨੂਮਾਨ ਕਹਿੰਦੇ ਵੀ ਇਹਨੇ ਸਾਧ ਸੰਗਤ ਜੀ ਕਿਸੇ, ਇਹ ਚੋਰ ਸੀ ਹਨੂਮਾਨ ਪਿਛਲੇ ਜਨਮ 'ਚ, ਅਤੇ ਕੋਈ ਮਹਾਤਮਾ ਆਏ, ਇਹ ਬਾਟ ਭਾਰ ਸੀ, ਜਿਵੇਂ ਰਾਹ 'ਚ ਕੋਈ ਲੁੱਟ ਮਾਰ ਕਰਦੇ ਇੱਦਾਂ ਇਹ ਕਰਿਆ ਕਰੇ ਪਿਛਲੇ ਜਾਮੇ 'ਚ। ਅਤੇ ਉਹ ਕੀ ਹੋਇਆ ਵੀ ਮਹਾਤਮਾ ਜਿਹੜੇ ਸੀ ਉਹ ਕਹਿੰਦੇ ਵੀ ਇਹਨੇ ਘੇਰ ਲਿਆ ਵੀ ਲਿਆਓ ਕੱਢੋ, ਕਹਿੰਦੇ ਸਾਡੇ ਕੋਲ ਕੀ ਹੈ, ਕਿਤੇ ਕੱਪੜੇ ਹੀ ਦੇ ਜਾਓ। ਉਹ ਮਹਾਤਮਾ ਨੂੰ ਫਿਰ ਤਲਵਾਰ ਦੀ ਸ਼ਾਸਤਰ ਦੀ ਨੋਕ 'ਤੇ ਇਹਨੇ ਕੱਪੜੇ ਲਵਾ ਲਏ ਸੀ, ਨੰਗੇ ਤੋਰੇ। ਉਹ ਸਰਾਖ ਕਹਿੰਦੇ ਹਨੂਮਾਨ ਉਹ ਉਦੋਂ ਤਾਂ ਨਹੀਂ ਸੀ ਹੈ, ਚਲੋ ਚੋਰ ਹੀ ਸੀ, ਕਹਿੰਦਾ ਭਾਈ ਕੀਤਾ ਤਾਂ ਹੈ ਤੂੰ ਸਾਡੇ ਨਾਲ, ਪਰ ਯਾਦ ਰੱਖੀ ਪਰਮੇਸ਼ਰ ਦੀ ਸ਼ਰਨ 'ਚ ਵੀ ਰਹੇਗਾ ਤੇ ਰਹੇਗਾ ਨਾਗਾ ਹੀ, ਤੈਨੂੰ ਨਸੀਬ ਨਹੀਂ ਹੋਣੀ, ਲੀਰ ਨਹੀਂ ਨਸੀਬ ਹੋਈ ਤੈਨੂੰ। ਅਤੇ ਹਨੂਮਾਨ ਜਦੋਂ ਕੱਪੜੇ ਪਹਿਨ ਦਾ ਹਿੱਸਾ ਸੰਗ ਜੀ, ਇਹਦੀ ਅੱਗ ਲੱਗ ਜਾਂਦੀ ਸੀ ਕੱਪੜਿਆਂ ਨੂੰ। ਇਹਨਾਂ ਹਿੰਦੂ ਮਿਥਿਹਾਸ ਜਿਵੇਂ ਵੀ ਤੁਸੀਂ ਪੜ੍ਹੋਗੇ ਨਾ, ਰਾਮਾਇਣ 'ਚ ਲਿਖਿਆ, ਇਹਦੇ ਕੱਪੜੇ ਨੂੰ ਅੱਗ ਲੱਗ ਜਾਂਦੀ ਸੀ। ਉਹ ਭਗਤ ਤਰਲੋਚਨ ਜੀ ਨੇ ਉਹ ਜ਼ਿਕਰ ਕੀਤਾ ਕਿ ਕਲੰਕ ਨਾ ਮਫੀਟ ਸਰੀ, ਉਹ ਸ਼ਬਦ ਆਉਂਦਾ ਕਿ ਉਹ ਵੀ ਰਾਮ ਚੰਦਰ ਦੀ ਸ਼ਰਨ ਵਿੱਚ ਰਹਿ ਕੇ ਅਤੇ ਫਿਰ ਵੀ ਸਾਧ ਸੰਗਤ ਜੀ ਵੀ ਉਹ ਨੰਗੇ ਹੀ ਰਹੇ ਸੀ। ਅਤੇ ਮਗਰੋਂ ਜਾ ਕੇ ਜਦੋਂ ਸਾਰਾ ਸੀਤਾ ਵਾਲਾ ਪਹਿਰਾ ਵਰਤਿਆ ਅਤੇ ਜਾ ਕੇ ਕੱਛ ਨਸੀਬ ਹੋਈ ਸੀ ਹਨੂਮਾਨ ਨੂੰ। ਇੰਨਾ ਕੁਝ ਕਰਨ ਤੋਂ ਬਾਅਦ ਅਵਤਾਰ ਹੋਏ ਰਾਮ ਚੰਦਰ ਜੀ, ਅਤੇ ਫਿਰ ਕਿਤੇ ਜਾ ਕੇ ਦਾ ਨੰਗੇਜ ਕੱਜਿਆ ਗਿਆ ਸੀ। ਇਸ ਕਰਕੇ ਵੱਡੇ ਵੱਡੇ ਦੇਵਤਿਆਂ ਨੂੰ, ਇੰਦਰ ਵਰਗਿਆਂ ਨੂੰ ਕ੍ਰਿਸ਼ਨ ਭਗਵਾਨ ਅਵਤਾਰ ਸੀ ਸਮੇਂ ਦੇ, 16 ਕਲਾਂ ਸਮਰੱਥ ਸਨ। ਇਹਨਾਂ ਨੇ ਸਾਧ ਸੰਗਤ ਜੀ ਇਹ ਰਾਮ ਚੰਦਰ ਅਵਤਾਰ 'ਚ, ਕਿਉਂਕਿ ਰਾਮ ਚੰਦਰ ਹੀ ਕ੍ਰਿਸ਼ਨ ਦਾ ਅਵਤਾਰ ਸੀ ਨਾ, ਵਿਸ਼ਨੂੰ ਦੇ ਅਵਤਾਰ ਹੋਏ 24 ਚੋਂ, ਪਹਿਲਾਂ ਰਾਮ ਚੰਦਰ ਹੋਏ ਫਿਰ ਕ੍ਰਿਸ਼ਨ ਭਗਵਾਨ ਹੋਏ। ਰਾਮ ਚੰਦਰ ਤ੍ਰੇਤੇ ਦੇ, ਕ੍ਰਿਸ਼ਨ ਭਗਵਾਨ ਦੁਆਪਰ ਦੇ ਅਵਤਾਰ ਹੋਏ। ਅਤੇ ਜਿਵੇਂ ਬਾਲੀ ਅਤੇ ਸੁਗਰੀਵ ਵਰਗੇ ਇਹ ਜਦੋਂ ਲੜੇ ਸੀ, ਚਲੋ ਸਾਖੀ ਲੰਮੀ ਆ, ਅਤੇ ਭਗਵਾਨ ਰਾਮ ਚੰਦਰ ਨੇ ਲੋਕੇ ਤੀਰ ਮਾਰਿਆ ਸੀ ਸੁਗਰੀਵ ਨੂੰ, ਉਹ ਸਾਧ ਬਾਲੀ ਨੂੰ ਲੋਕੇ ਤੀਰ ਮਾਰਿਆ ਰਾਮ ਚੰਦਰ ਨੇ। ਉਹ ਫਿਰ ਸਮਾਂ ਲੰਘਿਆ, ਯੁੱਗ ਬਦਲਿਆ, ਅਤੇ ਭਗਵਾਨ ਰਾਮ ਚੰਦਰ ਜੀ ਜਦੋਂ ਕ੍ਰਿਸ਼ਨ ਅਵਤਾਰ 'ਚ ਆਏ ਨਾ, ਅਤੇ ਫਿਰ ਉਹੀ ਜਿਹੜਾ ਸੀ ਬਾਲੀ, ਉਹ ਸਾਧ ਸੰਗਤ ਜੀ ਸ਼ਿਕਾਰੀ, ਜਿਵੇਂ ਮਨੁੱਖਾ ਜਾਮਾ ਉਹਨੂੰ ਵੀ ਦੁਬਾਰਾ ਮਿਲਿਆ। ਅਤੇ ਭਗਵਾਨ ਚੰਦਰ ਹਰੀਹਰ ਖੇਤਰ 'ਚ ਨਾ ਬਾਹਰ ਨਦੀ ਤੋਂ ਪਰਲੇ ਪਾਸੇ, ਪਾਰ ਨਦੀ ਤੋਂ ਨਾ ਪੈਰ ਦੇ ਉੱਪਰ ਜਿਵੇਂ ਲੱਤ ਰੱਖ ਕੇ ਆਪਾਂ ਪੈ ਜਾਂਦੇ ਹਾਂ ਸੁੱਤੇ ਪਏ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਪੈਰ 'ਚ ਪਦਮ ਸੀਗਾ, ਅਤੇ ਉਹ ਲਿਸ਼ਕਿਆ। ਇਹ ਸ਼ਿਕਾਰ ਕਰਨ ਗਿਆ, ਜਦੋਂ ਨੇ ਵੇਖਿਆ ਪੈਰ 'ਚ ਪਦਮ, ਵਿਚਾਰਿਆ ਵੀ ਇਹ ਤਾਂ ਹਰਨ ਕੋ ਪਾਣੀ ਪੀਂਦਾ, ਅੱਖ ਲਿਸ਼ਕਦੀ, ਜ਼ੋਰ ਦੀ ਤੀਰ ਮਾਰਿਆ ਜ਼ਹਿਰ ਵਾਲਾ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਪੈਰ 'ਚ ਵੱਜਿਆ। ਉਸੇ ਜ਼ਹਿਰ ਵਾਲੀ ਪੁੱਠ ਦੇ ਨਾਲ ਜਦੋਂ ਇਹ ਗਿਆ ਭੱਜ ਕੇ ਫੜਨ, ਵੇਖਿਆ ਤਾਂ ਸ਼੍ਰੀ ਭਗਵਾਨ ਕ੍ਰਿਸ਼ਨ ਜੀ ਹੈ, ਅਤੇ ਰੋਇਆ ਬੱਧਕ। ਸ਼ਿਕਾਰੀ ਕਹਿੰਦਾ ਮਹਾਰਾਜ ਵੀ ਇਹ ਤਾਂ ਭੁੱਲ ਹੋ ਗਈ ਮੇਥੋਂ ਬਹੁਤ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨਹੀਂ, ਸਾਡੇ ਕਰਮ ਦਾ ਫਲ ਹੈ, ਅਤੇ ਇਹਨੂੰ ਪਿਛਲੇ ਜਨਮ 'ਚ ਅਸੀਂ ਲੋਕੇ ਮਾਰਿਆ ਸੀ, ਅਤੇ ਤੀਰ ਨਾਲ ਮਾਰਿਆ, ਉਹ ਤੀਰ ਸਾਨੂੰ ਸਾਡੇ ਕਰਮ ਦਾ ਫਲ ਮਿਲਿਆ, ਅਤੇ ਕ੍ਰਿਸ਼ਨ ਭਗਵਾਨ ਸ਼ਿਕਾਰੀ ਦੇ ਹੱਥੋਂ ਚੜ੍ਹਾਈ ਕੀਤੇ ਸੀ। ਇਹ ਕਰਮ ਹੈ ਸਾਧ ਸੰਗਤ ਜੀ। ਪਰ ਐਂ ਹੁੰਦਾ ਵੀ ਕੋਈ ਅਰਦਾਸ ਬੇਨਤਾ ਆ, ਉਹਦੇ ਵਾਸਤੇ ਜਿਵੇਂ ਉਹਨੂੰ ਕੋਈ ਬਾਣੀ ਪੜ੍ਹਨ ਨੂੰ ਕਹਿ ਦੇਣਾ, ਜਾਂ ਜਿਵੇਂ ਕੋਈ ਅਖੰਡ ਪਾਠ ਸਾਹਿਬ ਆਦਿਕ ਸਹਿਜ ਪਾਠ, ਇਹ ਮਰਿਆਦਾ ਬਣੀ ਹੋਈ ਗੁਰੂ ਘਰ ਦੀ, ਉਹਨੂੰ ਕਹਿਣਾ ਬਈ ਸਾਡਾ ਕੁਝ ਨਹੀਂ, ਤੂੰ ਜਾਣੇ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਾਣਨ। ਅਤੇ ਉਹ ਬਾਣੀ ਸਿੰਘ ਪੜ੍ਹ ਦੇਣਗੇ, ਅਤੇ ਤੁਸੀਂ ਸੁਣ ਲਓ ਸਾਰੀ ਬਾਣੀ, ਅਤੇ ਮਹਾਰਾਜ ਦੀ ਸੇਵਾ ਕਰ ਦਿਓ। ਪਾਤਸ਼ਾਹ ਜਾਣੇ ਅਤੇ ਭਾਈ ਤੁਸੀਂ ਜਾਣੋ ਵੀ ਗਰੀਬ ਨਵਾਜ ਅੱਗੇ ਤਰਲਾ ਮਾਰ ਲਓ ਜੇ ਬਖਸ਼ ਦੇ ਤਾਂ, ਕਿਉਂਕਿ ਇਹ ਬਖਸ਼ਣਹਾਰ ਹੈ। ਜੇ ਕੋਈ ਸਿੱਖ ਆਖੇ ਨਾ ਮੈਂ ਆਪਦੇ ਬਲ 'ਤੇ ਸਾਧ ਸੰਗਤ ਦੀ ਬਖਸ਼ ਲਵਾਂਗਾ, ਤਾਂ ਉਹਦੇ ਵਾਸਤੇ ਫਿਰ ਆਪਾਂ ਅੱਗੇ ਇਤਿਹਾਸ ਸੁਣ ਲੈਣਾ ਵੀ ਕੁਝ ਦੇਣਾ ਪੈਂਦਾ। ਤਾਂ ਮਹਾਰਾਜ ਕਹਿੰਦੇ ਵੀ ਦਿਓ ਭਾਈ, ਕਿਹੜਾ ਸਾਹ ਦਿੰਦਾ ਆਪਦੀ ਉਮਰ ਦੇ ਦਿਓ, ਅਤੇ ਅਸੀਂ ਜਿਉਂਦਾ ਕਰ ਦਿੰਦੇ ਹਾਂ। ਫਿਰ ਕਿੰਨੇ ਬੋਲਣਾ ਸੀ, ਸਭ ਸਿਫਾਰਿਸ਼ਾਂ ਵਾਲੇ ਚੁੱਪਚਾਪ ਸ਼ਾਂਤੀ ਨਾਲ ਸਿਰ ਨੀਵਾਂ ਕਰਕੇ ਬਹਿ ਗਏ ਹਨ। ਜਨਹ ਮੁਝ ਕੋ ਨਹਿ ਇਤ ਪ੍ਰੇਰੈ। ਅਤੇ ਉਹ ਫਿਰ ਅੱਖਾਂ ਨਹੀਂ ਮਿਲਾਉਂਦੇ, ਮਹਾਰਾਜ ਨੇ ਸਿਰ ਵੀ ਸੁੱਟ ਲਏ, ਅੱਖਾਂ ਬੰਦ ਕਰ ਲਈਆਂ, ਜਿਵੇਂ ਬਹੁਤ ਸਮਾਧੀ ਲੱਗੀ ਵੀ ਜੇ ਅੱਖਾਂ ਖੋਲ੍ਹੀਆਂ ਅਤੇ ਕਿਤੇ ਗੁਰੂ ਹਰਿ ਸਾਹਿਬ ਮਹਾਰਾਜ ਸਾਨੂੰ ਆਵਾਜ਼ ਨਾ ਮਾਰ ਲੈਣ ਵੀ ਤੂੰ ਬਹੁਤ ਸਿਫਾਰਿਸ਼ਾਂ ਕਰਦਾ ਸੈਂ, ਤੂੰ ਆ ਇੱਧਰ।
ਇਸ ਕਰਕੇ ਸਾਰੇ ਚੁੱਪ ਕਰ ਗਏ ਤੇ ਅੱਖਾਂ ਬੰਦ ਕਰ ਲਈਆਂ ਹਨ। ਮਰਹ ਕੌਣ ਤਿਜ ਪੁੱਤਰ ਜੀਵਾਵੈ। ਹੁਣ ਕੌਣ ਮਰੇ ਆਪ ਤੇ ਬ੍ਰਾਹਮਣ ਦੇ ਪੁੱਤ ਨੂੰ ਜਿਉਂਦਾ ਕਰੇ, ਕਿਹੜਾ ਆਪਦੀ ਜਾਨ ਦੇਣੀ ਕਰੇ। ਡਰਿਓ ਤਰਾਸ ਨਹਿ ਧੀਰਜ ਪਾਵੈ। ਸਭ ਡਰ ਗਏ, ਕਿਸੇ ਨੂੰ ਧੀਰਜ ਨਹੀਂ ਰਹਿ ਗਿਆ, ਸਭ ਦੇ ਹੌਸਲੇ ਪਸਤ ਹੋ ਗਏ ਐ। ਸਭ ਕੇ ਮਨ ਕੀ ਸਤਿਗੁਰ ਜਾਨੀ। ਮਹਾਰਾਜ ਜਾਣ ਗਏ ਵੀ ਇਹ ਤਾਂ ਇਕੱਲੇ ਸਿਫਾਰਸ਼ਾਂ ਵਾਲੀ ਐ, ਇਹਨਾਂ ਨੇ ਕਾਹਦਾ ਕੁਝ ਕਰਨਾ ਹੈ। ਸਤਿਗੁਰੂ ਸਾਰਿਆਂ ਦੇ ਮਨ ਦੀ ਜਾਣਦੇ ਵੀ ਇਹ ਸਾਰੇ ਮੌਤ ਤੋਂ ਡਰੇ ਹੋਏ ਹਨ। ਕਿਤਕ ਬਾਰ ਮਹ ਪੁਨ ਕਹਿ ਬਾਨੀ। ਮਹਾਰਾਜ ਫਿਰ ਪੁੱਛਿਆ ਕਰਨ ਵਾਰ-ਵਾਰ ਵੀ ਹਾਂ ਜਿਉਂਦਾ ਕਰੀਏ ਬ੍ਰਾਹਮਣ ਦੇ ਪੁੱਤਰ ਨੂੰ, ਉਠੋ ਕੋਈ। ਵਾਰ-ਵਾਰ 2 4 5 ਵਾਰ ਮਰਨੇ ਵਾਰੀ-ਵਾਰੀ ਦੁਹਰਾ ਕੇ ਸਾਰਿਆਂ ਨੂੰ ਪੁੱਛਿਆ ਹੈ, ਟੁੰਬਿਆ ਹੈ। ਸਰਬ ਸਭਾ ਫੁਰਮਾਏ ਸਕਾਰੀ। ਪਰ ਸਾਰੀ ਸਭਾ ਚੁੱਪਚਾਪ, ਕੋਈ ਨਹੀਂ ਕੁਸਕਿਆ ਸਾਰੀ ਸਭਾ ਦੇ ਵਿੱਚੋਂ। ਅਬ ਕਹਿ ਕਿਉਂ ਨਾ ਬਨਤ ਉਪਕਾਰੀ। ਮਹਾਰਾਜ ਕਹਿੰਦੇ ਵੀ ਜਿਹੜੇ ਫਰਮਾਇਸ਼ੀ ਸੀਗੇ, ਸਾਨੂੰ ਕਹਿੰਦੇ ਬਹੁਤ ਸਮੇਂ ਦੇ ਲੱਗੇ ਹੋਏ ਵੀ ਸਾਨੂੰ ਬੜਾ ਤਰਸ ਆਉਂਦਾ ਹੈ, ਤੇ ਭਾਈ ਆਓ ਹੁਣ ਕਿਉਂ ਨਹੀਂ ਤੁਸੀਂ ਉਹਦੇ ਤੇ ਪਰਉਪਕਾਰ ਕਰਦੇ ਹੋ। ਦੀਜਹ ਬਹਿਦ ਜ ਪੁੱਤਰ ਜੀਵਾਵਹੁ। ਆਪਦੀ ਉਮਰ ਦਿਓ, ਤੁਹਾਡੇ ਚੋਂ ਕੋਈ ਹੁਣੇ ਹੀ ਬ੍ਰਾਹਮਣ ਦਾ ਪੁੱਤ ਜਿਉਂਦਾ ਕਰ ਦਈਏ ਜੀ। ਭਲੋ ਕਰਮ ਕਰ ਜਸ ਜਗ ਪਾਵਹੁ। ਤੇ ਚੰਗਾ ਕੰਮ ਹੈ, ਕੋਈ ਮਾੜਾ ਕੰਮ ਥੋੜਾ ਕਿਸੇ ਦਾ ਕੱਲਾ ਪੁੱਤ ਜਿਉਂਦਾ ਹੋ ਜਾਏਗਾ। ਤੇ ਤੁਸੀਂ ਆਪਦੀ ਉਮਰਾਂ ਦੇ ਦਿਓ ਤੇ ਸੰਸਾਰ 'ਚ ਪਰਉਪਕਾਰ ਕਰਕੇ ਵੱਡੀ ਵਡਿਆਈ ਤੁਹਾਡੀ ਸਾਖੀਆਂ ਸਿੱਖਾਂ ਵਿੱਚ ਗਾਇਆ ਜਾਇਆ ਕਰਨਗੀਆਂ ਵੀ ਫਲਾਣਾ ਸਿੱਖ ਬੜਾ ਜੀ ਪਰਉਪਕਾਰੀ ਸੀ, ਉਹਨੇ ਉਮਰ ਦੇ ਕੇ ਤੇ ਇੱਕ ਤੇ ਆਪਦਾ ਸਵਾਸ ਤੇ ਆਪਦੀ ਉਮਰਾਂ ਦੇ ਕੇ ਪਰਉਪਕਾਰ ਕੀਤਾ ਹੋਇਆ। ਤੁਹਾਡੀਆਂ ਲੋਕ ਸਾਖੀਆਂ ਗਾਇਆ ਕਰਨਗੇ, ਬੜੀ ਸੋਭਾ ਹੋਵੇਗੀ। ਦੰਪਤ ਮਰਤ ਉਬਾਰਹੁ ਕੋਏ। ਤੇ ਬਾਹਮਣੀ ਜਿਹੜਾ ਮਰ ਰਿਹਾ ਉੱਥੇ ਬੈਠਾ ਡਿਉੜੀ ਤੇ ਉਹ ਮਰਦਿਆਂ ਨੂੰ ਤੁਸੀਂ ਬਚਾ ਸਕਦੇ ਹੋ, ਕੋਈ ਹੋਵੇ ਤਾਂ। ਧਰਹ ਧੀਰ ਸਭ ਗਤ ਲੇਹ ਸੋਏ। ਧੀਰਜ ਧਰੋ ਸਿੱਖੋ, ਉਠੋ ਕੋਈ ਜਿਹੜਾ ਧੀਰਜ ਧਾਰ ਕੇ ਤੇ ਚੰਗੀ ਗਾਹ ਤੋਂ ਪੁੱਤਰ ਦੀ ਜ਼ਿੰਦਗੀ ਬਚ ਜਾਵੇਗੀ ਤੇ ਮਾਂ-ਬਾਪ ਦਾ ਸਹਾਰਾ ਬਣ ਜਾਏਗਾ। ਗੁਰੂ ਬਚਨ ਦੂਜੋ ਇਮ ਭਇਓ। ਜਦੋਂ ਮਹਾਰਾਜ ਨੇ ਦੂਜੀ ਵਾਰ ਇਦਾਂ ਦਾ ਬਚਨ ਕੀਤਾ, ਉੱਠਣ ਬਾਰੇ ਆਖਿਆ ਹੈ, ਕਿਨਹੁ ਨਾ ਉੱਤਰ ਮੁਖ ਤੇ ਦਿਓ। ਕਿਸੇ ਨੇ ਕੋਈ ਉੱਤਰ ਨਹੀਂ ਦਿੱਤਾ, ਸਭ ਸਭਾ ਵਿੱਚ ਸਨਾਟਾ ਛਾਇਆ ਹੋਇਆ ਹੈ। ਪੂਰਬ ਕਹਿਤ ਸਭਾ ਜਿਮ ਸਾਰੀ। ਫਿਰ ਸਾਧ ਸੰਗਤ ਜੀ ਜਿਵੇਂ ਪਹਿਲਾਂ ਬੋਲਦੇ ਸੀ ਨਾ, ਬੜੇ ਗੱਜਦੇ ਸੀ, ਮਹਾਰਾਜ ਕਰੋ ਜੀ ਕਰੋ, ਕਿਰਪਾ ਕਰੋ ਜੀ। ਤਿਮਹੀ ਤੂਸਨ ਭਈ ਵਿਚਾਰੀ। ਜਿੰਨਾ ਬਹੁਤਾ ਬੋਲਦੇ ਸੀ ਉਹਨੂੰ ਉਨੇ ਹੀ ਵੱਧ ਚੁੱਪ ਕਰਕੇ ਬੈਠੇ ਹੋਏ ਆ। ਸਮੁਖ ਨ ਦੇਖਾ ਨੀਚਹ ਨੈਣ। ਤੇ ਮਹਾਰਾਜ ਦੇ ਵੱਲ ਵੇਂਦੇ ਵੀ ਨਹੀਂ ਵਿਚਾਰੇ, ਨੀਚੇ ਨੇਤਰ ਕੀਤੇ ਹੋਏ ਆ। ਕੋ ਧੀਰਜ ਧਰ ਬੋਲਹਿ ਬੈਨ। ਮਹਾਰਾਜ ਕਹਿੰਦੇ ਵੀ ਬੋਲੋ। ਹੁਣ ਕਵੀ ਜੀ ਕਹਿੰਦੇ ਕੌਣ ਹੈ ਜਿਹੜਾ ਧੀਰਜ ਧਾਰ ਕੇ ਬੋਲੇ, ਪਤਾ ਵੀ ਹੁਣ ਉਮਰਾ ਦੇਣੀ ਪੈਣੀ ਹੈ। ਚਾਹੋ ਦੇਸ਼ ਮਹਿ ਗੁਰ ਦਿਸ਼ਟ ਚਲਾਵੈ। ਮਹਾਰਾਜ ਸਫੇਰੇ ਚਫੇਰੇ ਵੇਂਦੇ ਆ, ਕੋਈ ਜਿਹੜੇ ਮਗਰ ਵੀ ਬੈਠੇ ਮਹਾਰਾਜ ਉਹਨਾਂ ਵੱਲ ਵੀ ਵੇਂਦੇ ਆ। ਘੇਰੇ ਸੱਚੇ ਪਾਤਸ਼ਾਹ ਨੇ ਸਾਰਿਆਂ ਵੱਲ ਕੱਲੇ ਵੱਲ ਨਿਗਾਹ ਮਾਰੀ, ਪਰ ਕਿਸੇ ਦਾ ਮੂੰਹ ਤਾਂ ਹੀ ਨਹੀਂ, ਸਾਰਿਆਂ ਦੇ ਨੇਤਰ ਬੰਦ ਤੇ ਥੱਲੇ ਸਿਰ ਝੁਕਾਏ ਹੋਏ ਆ। ਕੋ ਬੈ ਦੇਹ ਦਾਸ ਪਤੀ ਆਵੈ। ਮਹਾਰਾਜ ਪਰਤਿਆਉਂਦੇ ਹੀ ਪਏ ਆ ਪਾਤਸ਼ਾਹ ਤਾਂ ਗਰੀਬ ਨਵਾਜ ਵੀ, ਕੌਣ ਹੈ ਜਿਹੜਾ ਇਹਨਾਂ ਚੋਂ, ਕਿਉਂਕਿ ਦੁੱਖ ਤਾਂ ਉਤੋਂ ਤੋਂ ਹੀ ਆ ਨਾ, ਵੀ ਮਨ ਕਰਕੇ ਤਾਂ ਦੁੱਖ ਹੈ ਹੀ ਨਹੀਂ, ਹੋਵੇ ਤੇ ਖੜੇ ਨਾ ਹੋ ਜਾਣ। ਮਹਾਰਾਜ ਪਰਤਿਆਉਂਦੇ ਪਏ ਵੀ ਕਿਹੜਾ ਦਾਸ ਹੈ ਜਿਹੜਾ ਆਪਦੀ ਉਮਰ ਦੇ ਦੇਵੇ, ਜਿਹਦੇ 'ਚ ਇੰਨਾ ਸਿਦਕ ਹੋਵੇ, ਵਾਕਈ ਪਰਉਪਕਾਰੀ ਸਿੱਖ ਹੋਵੇ ਜੀ। ਏਕ ਘੜੀ ਲਗ ਥਿਰ ਸਭ ਰਹੇ। ਇੱਕ ਘੜੀ 24 ਮਿੰਟ ਦੇ ਲਗਭਗ ਸਭ ਟਿਕੇ ਰਹੇ ਤੇ ਮਹਾਰਾਜ ਵੀ ਵਾਰੀ ਪੁੱਛੀ ਜਾਂਦੇ। 2 ਵਾਰੀ ਮਹਾਰਾਜ ਨੇ ਗੱਜ ਕੇ ਪੁੱਛਿਆ ਹੈ। ਈਸਰ ਬਚਨ ਗੁਰੂ ਪੁਨ ਕਹੇ। ਫਿਰ ਇੱਕ ਘੜੀ ਮਾਰੇ ਡੀਕੀ ਗਿਆ, ਨਾ ਕੋਈ ਉੱਠਿਆ। ਫਿਰ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਤੀਜੀ ਵਾਰੀ ਫਿਰ ਮੁਖੋਂ ਬੋਲੇ ਐ, ਉਹ ਸਿੱਖ ਹੋ ਪੂਰਬ ਸਭ ਭਾਖਤ। ਮਹਾਰਾਜ ਕਹਿੰਦੇ ਹਾਂ ਸਿੱਖੋ, ਜਿਹੜੇ ਪਹਿਲਾਂ ਬੋਲਦੇ ਸੀ, ਜਿਹੜੇ ਸਾਨੂੰ ਸਿਫਾਰਸ਼ਾਂ ਪਏ ਕਰਦੇ ਸਨ, ਕਿਉਂ ਉਪਕਾਰ ਕਰਨ ਨਹ ਕਾਂਖਤ। ਤੇ ਹੁਣ ਅਸੀਂ ਜਿਉਂਦਾ ਕਰਨ ਲੱਗਿਆ ਤੇ ਤੁਸੀਂ ਕਿ ਪਰਉਪਕਾਰ ਸਾਨੂੰ ਕਹਿੰਦੇ ਸੀ ਮਹਾਰਾਜ ਪਰਉਪਕਾਰ ਹੋ ਜਾਏਗਾ, ਤੇ ਹੁਣ ਅਸੀਂ ਤਾਂ ਕਰਦੇ ਹਾਂ ਨਾ ਪਰਉਪਕਾਰ। ਤੁਹਾਡੀ ਪਰਉਪਕਾਰ ਵਾਲੀ ਬਿਰਤੀ ਕਿੱਧਰ ਗਈ? ਉੱਠੋ ਕੋਈ ਸਿੱਖ, ਤੁਹਾਡੇ ਚੋਂ ਕਿਸੇ ਦੀ ਇੱਛਾ ਹੀ ਨਹੀਂ ਪਰਉਪਕਾਰ ਕਰਨੇ ਦੀ। ਇੱਕ ਜੋ ਦੇਹ ਆਪਣੇ ਪ੍ਰਾਨ। ਬਹੁਤੇ ਨਹੀਂ, ਇੱਕ ਜਾਣੇ ਉੱਠ ਪੋ, ਇੰਨੇ ਸਿੱਖ ਹੈ ਜਿਹੜੇ ਆਪਦੇ ਪ੍ਰਾਣ ਦੇ ਦੇਵੇ ਤੇ ਇਹਦੀ ਜਾਨ ਬਖਸ਼ ਜਾਏਗੀ। ਜੀਹ ਤੀਨ ਜਸ ਲਹੇ ਜਹਾਨ। ਮਹਾਰਾਜ ਕਹਿੰਦੇ ਇੱਕ ਜਣੇ ਦੀ ਜਾਨ ਦੇਣ ਦੇ ਨਾਲ, ਉਮਰ ਦੇਣ ਦੇ ਨਾਲ 3 ਜਿਉਂਦੇ ਹੋ ਜਾਣਗੇ। ਇੱਕ ਪੁੱਤਰ, ਫਿਰ ਨਾਲ ਬ੍ਰਾਹਮਣੀ ਵੀ ਮਰਨੋਂ ਬਚ ਜਾਣਗੇ, ਦੋਵੇਂ ਮਾਂ ਬਾਪ। ਤੇ ਚੌਥਾ ਲਾਭ ਹੈ ਵੀ ਸੰਸਾਰ ਤੇ ਉਹਦੀ ਬੜੀ ਵਡਿਆਈ ਹੋਵੇਗੀ ਸਿੱਖ ਦੀ। ਹਿਮ ਸੁਨ ਭਗਤੂ ਕੋ ਸੁਤ ਛੋਟਾ। ਜਦੋਂ ਸਾਧ ਸੰਗਤ ਜੀ ਮਹਾਰਾਜ ਨੇ ਤੀਜੀ ਵਾਰੀ ਬਚਨ ਕੀਤਾ, ਕੋਈ ਨਾ ਉੱਠਿਆ। ਤੇ ਭਾਈ ਭਗਤੂ ਜੀ ਦਾ ਛੋਟਾ ਸਾਹਿਬਜ਼ਾਦਾ ਬਾਬਾ ਜੀਵਨ ਜੀ ਬੈਠੇ ਸੀ ਐਨ ਮਗਰਲੇ ਪਾਸੇ ਸਭਾ ਦੇ। ਜਦੋਂ ਭਾਈ ਜੀਵਨ ਜੀ ਨੇ ਤੀਜੀ ਵਾਰੀ ਸੁਣਿਆ ਹੈ, ਪਿੱਛੇ ਬੈਠਿਓ ਗੁਰ ਤ੍ਰਿਗ ਓਟਾ। ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੀ ਨਿਗਾਹ ਤੋਲੇ ਸੀ ਕਿ ਜਿਵੇਂ ਥੰਮ ਤੋਂ ਆ ਜਾਂਦੇ ਆਦਿਕ, ਉਹ ਸਤਿਗੁਰੂ ਹਰਿਰਾਏ ਸਾਹਿਬ ਜੀ ਦੀ ਨਿਗਾਹ ਤੋਂ ਓਲੇ ਨਾ ਪਿੱਛੇ ਜੇ ਕਿਤੇ
ਬਾਬਾ ਜੀਵਨ ਜੀ ਬੈਠੇ ਹੋਏ ਸਨ। ਉਠ ਤੂਸ਼ਨ ਹੀ ਨਿਕਸਿਓ ਬਾਹਰ। ਤੇ ਮਹਾਰਾਜ ਨੂੰ ਕੁਝ ਨਾ ਬੋਲਿਆ ਤੇ ਬਾਬਾ ਜੀਵਨ ਜੀ ਚੁੱਪ ਕਰਕੇ ਨਾ ਉੱਥੋਂ ਸਭਾ ਦੇ ਪਿੱਛੇ ਦੀ ਪਿੱਛੇ ਉੱਠ ਕੇ ਤੇ ਪੰਡਾਲ ਚੋਂ ਬਾਹਰ ਚਲੇ ਗਏ ਆ। ਹਰ ਉਪਕਾਰ ਹਿਤ ਕਰ ਆਹਾਰ। ਇਹਨਾਂ ਨੇ ਸਾਧ ਸੰਗਤ ਜੀ ਪਰਉਪਕਾਰ ਕਰਨ ਵਾਸਤੇ ਤੇ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੀ ਜਿਹੜਾ ਬਚਨ ਹੈ ਉਹ ਮੰਨਣ ਵਾਸਤੇ ਆਹਰ ਕੀਤਾ, ਉਦਮ ਕੀਤਾ। ਆਹਾਰ ਦੀ ਥਾਂ ਤੇ ਆਹਰ ਪਾਠ ਕਰ ਲੈਣਾ। ਆਹਰ ਤੋਂ ਭਾਵ ਹੁੰਦਾ ਹੈ ਉਦਮ, ਤੇ ਆਹਾਰ ਤੋਂ ਭਾਵ ਭੋਜਨ ਹੁੰਦਾ। ਇੱਥੇ ਭੋਜਨ ਦਾ ਨਹੀਂ ਸੰਬੰਧ ਬਣਦਾ, ਆਹਰ ਕਹਿਣਾ ਕੰਨਾ ਐਡੇ ਨੂੰ ਲਾ ਲਓ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਉਂਕਿ ਬਾਹਰ ਦੇ ਨਾਲ ਆਹਰ ਬਣੂਗਾ। ਤੋ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਮੰਨਣ ਵਾਸਤੇ ਤੇ ਪਰਉਪਕਾਰ ਕਰਨ ਵਾਸਤੇ ਬਾਹਰ ਆ ਗਏ ਆ ਭਾਈ ਜੀਵਨ ਜੀ। ਜੀਵਨ ਨਾਮ ਆਏ ਕਰ ਡੇਰੇ। ਜਿਨ੍ਹਾਂ ਦਾ ਨਾਮ ਬਾਬਾ ਜੀਵਨ ਜੀ ਹੈ ਤੇ ਡੇਰੇ ਤੋਂ ਮਹਾਰਾਜ ਪੰਡਾਲ ਚੋਂ ਬਾਹਰ ਆ ਗਏ ਤੇ ਜਿੱਥੇ ਇਹਨਾਂ ਦਾ ਤੰਬੂ ਲੱਗਿਆ ਸੀ ਨਾ ਆਪਣੇ ਡੇਰੇ ਵਿੱਚ ਆ ਗਏ ਹਨ। ਆਸ ਤਰਨ ਕਰ ਤ੍ਰਿਣ ਛੇਰੇ। ਤੇ ਆਪਣਾ ਜਿਹੜਾ ਆਸਣ ਸੀਗਾ ਜਿਵੇਂ ਪਰਾਲੀ ਤੇ ਕੱਖ ਆਦਿ ਕੋ ਵਿਛਾਏ ਹੋਏ ਐ। ਉਪਰ ਪੌਢਿਓ ਬਦਨ ਅਛਾਦ। ਐਸੇ ਪਰਾਲੀ ਕੱਖਾਂ ਦੇ ਆਸਣ ਦੇ ਉੱਪਰ ਬਾਬਾ ਜੀਵਨ ਜੀ ਲੇਟ ਗਏ ਐ ਤੇ ਆਪਦੇ ਸਰੀਰ ਉੱਪਰ ਬਸਤਰ ਲੈ ਲਿਆ। ਆਪਦਾ ਚਾਦਰਾ ਜਿਹੜਾ ਸੀ ਮੋਢੇ ਵਾਲਾ ਹਜੂਰੀ ਆਦਿਕ ਖੁੱਲਾ ਡੁੱਲਾ ਉਹ ਆਪਦੇ ਸਰੀਰ ਤੇ ਲੈ ਲਿਆ ਤੇ ਮੁਖ ਵੀ ਢੱਕ ਲਿਆ ਹੈ। ਕਿਹੁ ਸੋ ਕੀਨਸ ਨਹ ਸੰਵਾਦ। ਕਿਸੇ ਨਾਲ ਕੋਈ ਬਚਨ ਨਹੀਂ ਕੀਤਾ, ਕੋਈ ਬਲਾਸ ਨਹੀਂ ਕੀਤਾ, ਕਿਸੇ ਦੇ ਮੱਥੇ ਨਹੀਂ ਲੱਗੇ ਹਨ। ਸਰਬ ਸਰੀਰ ਬਸਤਰ ਤੇ ਢਾਪ। ਤੇ ਸਾਰੇ ਸਰੀਰ ਨੂੰ ਕੱਪੜੇ ਦੇ ਨਾਲ ਢੱਕ ਲੈਣਾ ਕੀਤਾ ਹੈ। ਚਾਹਸ ਪ੍ਰਾਣ ਤਿਆਗ ਵੇ ਆਪ। ਤੇ ਗੁਰੂ ਹਰਿ ਸਾਹਿਬ ਮਹਾਰਾਜ ਦੇ ਬਚਨ ਮੰਨ ਕੇ ਆਪਦੇ ਪ੍ਰਾਣ ਦੀ ਤਿਆਗ ਦੇਣ ਲੱਗੇ, ਪ੍ਰਾਣਾਂ ਨੂੰ ਦੇਣ ਲੱਗੇ ਐ ਉਸ ਬ੍ਰਾਹਮਣ ਦੇ ਪੁੱਤ ਤਾਂ ਹੀ। ਗੁਰ ਬਚਤੇ ਪਰਲੋਕ ਆਨੰਦ। ਕਿਉਂਕਿ ਗੁਰੂ ਹਰਿ ਸਾਹਿਬ ਦਾ ਬਚਨ ਵੀ ਪਰਲੋਕ ਚ ਆਨੰਦ ਮਾਣੂ ਸਿੱਖ, ਤਾਂ ਮਹਾਰਾਜ ਦੇ ਬਚਨਾਂ ਸਦਕਾ ਪਰਲੋਕ ਦਾ ਆਨੰਦ ਵੀ ਲੈਣਾ ਹੈ। ਚਿਤ ਮੈਂ ਚਾਹਤ ਭਇਓ ਬਿਲੰਦ। ਬਾਬਾ ਜੀਵਨ ਜੀ ਦਾ ਮਨ ਬੜਾ ਕਰ ਰਿਹਾ ਵੀ ਗੁਰੂ ਹਰਿ ਸਾਹਿਬ ਦੀ ਸਭਾ 'ਚ ਕੋਈ ਇਹ ਨਾ ਆਖੇ ਵੀ ਸਿੱਖ ਹੀ ਹੈ ਨਹੀਂ ਸੀ ਕੋਈ, ਕੱਲ ਨੂੰ ਇਤਿਹਾਸ ਇਹ ਨਾ ਜ਼ਿਕਰ ਕਰੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਬਚਨ ਕਰ ਦਿੱਤਾ। ਸਿੱਖਾਂ ਦੀ ਲਾਜ ਰੱਖਣ ਵਾਸਤੇ ਬਾਬਾ ਜੀਵਨ ਜੀ ਦੇ ਮਨ ਵਿੱਚ ਬੜੀ ਇੱਛਾ ਹੈ। ਜੀਵਨ ਝੂਠ ਜਗ ਮਹਿ ਸੱਚ ਮਰਨਾ। ਕਿਉਂਕਿ ਬ੍ਰਹਮ ਗਿਆਨੀ ਸਾਧੂ ਸੀ ਤੇ ਉਹਦਾ ਸਾਧ ਸੰਗ ਜੀ ਜਿਉਂਦੇ ਹੀ ਮੁਰਦੇ ਹੁੰਦੇ ਆ। ਕੋਈ ਹੈ ਨਹੀਂ ਦਿਸੇ ਸਭ ਮੈਂ ਸਭ ਤੇ ਰਹਤੇ ਪਾਰ ਬ੍ਰਹਮ ਕੋਏ ਧਿਆਨ ਧਰਤੇ। ਤੇ ਜੀਵਨ ਕੀ ਨਹੀਂ ਆਸ ਉਹ ਸਭਨਾ ਕੀ ਰੇਣਕਾ ਤਉ ਆਓ ਹਮਾਰੇ ਪਾਸ। ਜਿਸ ਮਰਣਾ ਤੈ ਜਗ ਡਰੈ ਮੇਰਾ ਮਨ ਆਨੰਦ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਿਹੜੇ ਇੱਥੇ ਖੜੇ ਹੁੰਦੇ ਉਹਨਾਂ ਨੂੰ ਸੰਸਾਰ ਦੇ ਬਹੁਤਾ ਲੰਮਾ ਉਮਰ ਜਿਉਣ ਦੀ ਕੋਈ ਆਸ ਇੱਛਾ ਨਹੀਂ ਹੁੰਦੀ। ਬ੍ਰਹਮ ਗਿਆਨ ਦੇ ਵਿੱਚ ਬਿਰਤੀ ਇਹਨਾਂ ਦੀ ਇਸਤਤ ਸੀ ਤੇ ਸੰਸਾਰ ਨੂੰ ਪਹਿਲਾਂ ਇਹਨਾਂ ਨੇ ਝੂਠ ਮੰਨਿਆ ਹੋਇਆ ਸੀ ਤੇ ਜਿਉਣਾ ਝੂਠ ਸੀ ਇਹਨਾਂ ਵਾਸਤੇ ਤੇ ਮਰਨਾ ਸੱਚ ਹੈ ਸੀਗਾ। ਅੱਗੇ ਪਾਛੇ ਸਭ ਸਿਰ ਪਰਨਾ। ਤੇ ਇੱਦਾਂ ਸਾਧ ਸੰਗਤ ਜੀ ਅੱਗੇ ਪਿੱਛੇ ਸਭ ਤਰ੍ਹਾਂ ਕਰਕੇ ਜਿਹੜਾ ਆਸਰਾ ਹੁੰਦਾ ਹੈ। ਅਬ ਤਨ ਲਗੈ ਹੈ ਸਕਾਰਥ ਮੇਰੋ। ਉਹ ਸਾਧ ਸੰਗਤ ਜੀ ਗੁਰੂ ਨੂੰ ਜਾਣਿਆ ਤੇ ਜਾਣਿਆ ਵੀ ਹੁਣ ਇਹ ਸਰੀਰ ਮੇਰਾ ਗੁਰੂ ਕੇ ਲੇਖੇ ਲੱਗ ਜਾਏਗਾ। ਇਸ ਤੇ ਅਪਰ ਭਲੋ ਨਹ ਹੀਰੋ। ਤੇ ਸਰੀਰ ਮੇਰਾ ਸਫਲਾ ਹੋ ਜਾਏਗਾ। ਗੁਰੂ ਕਾ ਬਚਨ ਮੰਨਣ ਨਾਲੋਂ ਵੱਡੀ ਕੋਈ ਖੇਡ ਨਹੀਂ। ਇਹ ਵਿਚਾਰ ਕਰਕੇ ਇਸ ਤੋਂ ਵੱਡਾ ਹੋਰ ਕੋਈ ਭਲਾ ਕੰਮ ਨਹੀਂ ਹੈ ਮੈਂ ਜਾਣਾਂਗਾ। ਇਸ ਕਰਕੇ ਭਾਈ ਜੀਵਨ ਜੀ ਨੇ ਐਸਾ ਜਿਹੜਾ ਪਰਉਪਕਾਰ ਕਰਨ ਲੱਗਿਆ ਹੈ। ਇਤੇ ਆਦਿਕ ਮਨ ਕਰੇ ਵਿਚਾਰਾ। ਵੀ ਗੁਰੂ ਕੇ ਬਚਨ ਮੰਨਣ ਨਾਲੋਂ ਹੋਰ ਵੱਡਾ ਚੰਗਾ ਕੰਮ ਕੀ ਹੋ ਸਕਦਾ ਹੈ। ਇਸ ਤਰ੍ਹਾਂ ਦੇ ਬੜੇ ਬਚਨ ਮਨ ਵਿੱਚ ਵਿਚਾਰ ਕੀਤੇ। ਸਰੀਰ ਸਾਰਾ ਪੈਰ ਦੇ ਅੰਗੂਠੇ ਤੋਂ ਲੈ ਸਿਰ ਦੀ ਚੋਟੀ ਤੱਕ ਢੱਕਿਆ ਹੋਇਆ ਹੈ। ਧੰਨ ਸੋ ਜੀਵਨ ਸਭਾ ਮਝਾਰਾ। ਤੇ ਕਵੀ ਜੀ ਜਿਹੜੇ ਹੈ ਉਹ ਸਾਧ ਸੰਗਤ ਦੀ ਕਹਿੰਦੇ ਵੀ ਬਾਬਾ ਜੀਵਨ ਜੀ ਧੰਨ ਹਨ ਗੁਰੂ ਕੀ ਸਾਰੀ ਸਭਾ ਦੇ ਵਿੱਚੋਂ। ਵੇਖੋ ਜਿਹੜੇ ਇਕੱਲੇ ਹੀ ਗੱਜ ਪਏ ਹਨ। ਨਿਜ ਜੀਵਨ ਜੀਵਨ ਦੀਏ ਦਾਨ। ਬਾਬਾ ਜੀਵਨ ਜੀ ਨੇ ਆਪਦਾ ਜੀਵਨ ਜਿਹੜਾ ਹੈ ਉਹ ਦਾਨ ਦੇ ਦਿੱਤਾ ਬ੍ਰਾਹਮਣ ਦੇ ਪੁੱਤਰ ਨੂੰ। ਗੁਰ ਬਚਤੇ ਪਦ ਲਹਿਓ ਮਹਾਨ। ਤੇ ਗੁਰੂ ਕੇ ਬਚਨ ਕੀਤੇ ਤੋਂ ਵੱਡੀ ਪਦਵੀ ਪ੍ਰਾਪਤ ਕੀਤੀ। ਉਹਨਾਂ ਦੀ ਸੋਭਾ ਆਪਾਂ ਵੇਖੋ ਹੁਣ ਵੀ ਬੈਠੇ ਕਰ ਰਹੇ ਹਾਂ। ਤਤਸਨ ਆਪਣੇ ਪ੍ਰਾਨ ਨਿਕਾਰੇ। ਤੇ ਗੁਰੂ ਹਰਿ ਸਾਹਿਬ ਮਹਾਰਾਜ ਦਾ ਧਿਆਨ ਧਰ ਕੇ ਤੇ ਪਏ ਲੰਮਿਆਂ ਨੇ ਅਰਦਾਸ ਕਰ ਦਿੱਤੀ। ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨੀ ਅਰਦਾਸ ਕੀਤੀ। ਮਹਾਰਾਜ ਆਪ ਜੀ ਦਾ ਬਚਨ ਮੰਨ ਕੇ ਮੈਂ ਪ੍ਰਾਣ ਅਰਦਾਸੀ ਕਰਾਉਣਾ ਬ੍ਰਾਹਮਣ ਦੇ ਪੁੱਤ ਨੂੰ। ਝਾਟੀ ਇਹਨਾਂ ਦੇ ਪ੍ਰਾਣ ਜਿਹੜੇ ਆ ਨਿਕਲ ਗਏ ਹਨ। ਗੁਰਪੁਰ ਮਹਿ ਪਹੁੰਚਿਓ ਬਿਨ ਬਾਰੇ। ਤੇ ਏਦਾਂ ਸਾਧ ਸੰਗਤ ਬਿਨਾਂ ਬਾਰੇ ਕਹੀਏ ਦੇਰੀ ਤੋਂ ਬਾਬਾ ਜੀਵਨ ਜੀ ਗੁਰਪੁਰੀ ਵਿੱਚ ਪਹੁੰਚ ਗਏ। ਸੱਚਖੰਡ ਵਿੱਚ ਚਟਵਾਸਾ ਹੋਇਆ ਹੈ। ਇਤੇ ਜੀਵਨ ਜਬ ਜੀਵਨ ਤਿਆਗਿਓ। ਕਿਉਂਕਿ ਪ੍ਰਾਣ ਤੇ ਆਤਮਾ ਵੱਖਰੀ ਵੱਖਰੀ। ਕੋਈ ਇਹ ਨਾ ਆਖੇ ਵੀ ਆਤਮਾ ਚੁੱਕ ਕੇ ਉਧਰ ਵੜ ਗਈ। ਪ੍ਰਾਣ ਤੇ ਆਤਮਾ ਵੱਖਰੇ ਵੱਖਰੇ ਕਥਨ ਕੀਤੇ ਹੋਏ ਹੈ। ਤੋ ਇੱਦਾਂ ਪ੍ਰਾਣ ਦਿੱਤੇ ਸੀ। ਜਿਹੜਾ ਜੀਓ ਸੀ ਉਹ ਤਾਂ ਪਰਮੇਸ਼ਰ ਦੇ ਅੰਦਰ ਹੀ ਲੀਨ ਹੋ ਗਿਆ।
ਸੱਚਖੰਡ ਵਿੱਚ ਵਾਸਾ ਹੋਇਆ ਹੈ। ਇਹ ਦਰਸਾਦ ਸੰਗਤ ਜੀ ਜਦੋਂ ਭਾਈ ਜੀਵਨ ਜੀ ਨੇ ਆਪਦੇ ਪ੍ਰਾਣ ਦਿੱਤੇ ਹਨ, ਤਿਆਗੇ ਹਨ। ਗੁਰੂ ਪੌਰ ਸਿਸ ਤਤ ਸਿਨ ਜਾਗਿਓ। ਤੇ ਇਧਰ ਗੁਰੂ ਕੇ ਦਰਵਾਜ਼ੇ ਤੇ ਜਿਹੜਾ ਪੁੱਤਰ ਪਿਆ ਸੀ ਬ੍ਰਾਹਮਣ ਦਾ, ਉਹ ਝਾਟੀ ਸਿਰ ਚੁੱਕਾ ਅੱਖਾਂ ਗੇੜਲੀਆਂ ਤੇ ਉਹ ਜਾਗ ਪਿਆ, ਜਿਉਂਦਾ ਹੋਇਆ ਹੈ। ਉਠਿਓ ਜੀਵ ਕਰ ਟਿਗ ਪਿਤ ਮਾਤਾ। ਆਪਣੇ ਪਿਤਾ ਮਾਤਾ ਦੇ ਲਾਗੇ ਲਾਸ਼ ਪਈ ਹੋਈ ਉਹ ਜਿਉਂਦੇ ਪੁੱਤ ਵਿੱਚ ਬਦਲ ਗਈ ਤੇ ਖੜਾ ਹੋ ਬੈਠਾ ਹੈ। ਲੋਕ ਬਿਲੋਕਤ ਹੈ ਟਿਗ ਬਰਾਤਾ। ਸਭ ਸੰਗਤ ਜਿੰਨੀ ਆਈ ਹੋਈ ਸੀ ਖੜੀ ਹੋਈ ਲਾਗੇ ਵੇਖ ਕੇ ਸਭ ਹੈਰਾਨ ਹੋ ਗਏ ਵੀ 3-4 ਪਹਿਰਾਂ ਤੋਂ ਚੜਾਈ ਕੀਤਾ, ਕਿਵੇਂ ਪੁੱਤਰ ਜਿਉਂ ਪਿਆ ਹੈ। ਦੋਹਰਾ ਭਇਓ ਆਨੰਦ ਬਿਲੰਦ ਹੀ। ਇਧਰ ਸੰਗਤ ਜੀ ਬੜਾ ਇਹਨਾਂ ਮਾਂ ਬਾਪ ਦੇ ਹਿਰਦੇ ਵਿੱਚ ਬੜਾ ਭਾਰੀ ਆਨੰਦ ਪ੍ਰਾਪਤ ਹੋਇਆ ਹੈ ਦੇ ਰਹੇ ਬਿਸਮਾਈ। ਤੇ ਮਨ ਕਰਕੇ ਬੜੇ ਸਾਰੇ ਹੈਰਾਨ ਹੋ ਰਹੇ ਆ, ਮਾਤਾ ਪਿਤਾ ਵੀ ਬੜੇ ਹੈਰਾਨ ਹਨ। ਸੁਧ ਅੰਤਰ ਪਹੁੰਚੀ ਤਬੈ। ਇਧਰ ਗੁਰੂ ਘਰ ਵਿੱਚ ਸਾਧ ਸੰਗਤ ਦੀ ਖਬਰ ਪਹੁੰਚ ਗਈ ਆ, ਗੁਰੂ ਹਰਿ ਸਾਹਿਬ ਮਹਾਰਾਜ ਤੱਕ ਵੀ ਖਬਰ ਹੋ ਗਈ। ਮਹਾਰਾਜ ਕਿਉਂਕਿ ਸਤਿਗੁਰਾਂ ਤੋਂ ਕੋਈ ਪਤਾ ਨਹੀਂ, ਚਲ ਅੰਤਰਜਾਮੀ ਤਾਂ ਹੈ, ਬਾਹਰੀ ਤੌਰ ਤੇ ਆਪਾਂ ਕਹਿ ਰਹੇ, ਕਿਉਂਕਿ ਬਾਬਾ ਜੀਵਨ ਜੀ ਪਿੱਛੇ ਦੀ ਪਿੱਛੇ ਉੱਠ ਕੇ ਚਲੇ ਗਏ ਸਨ। ਜਦੋਂ ਗੁਰੂ ਹਰਿ ਸਾਹਿਬ ਨੂੰ ਵੀ ਸਾਰੀ ਖਬਰ ਹੋਈ, ਮਹਾਰਾਜ ਉਹ ਕਿਰਪਾ ਹੋ ਗਈ ਹੈ ਤੇ ਬ੍ਰਾਹਮਣ ਦਾ ਪੁੱਤਰ ਜਿਹੜਾ ਸੀ ਮੁਰਦਾ ਜਿਉਂਦਾ ਹੋ ਗਿਆ ਹੈ। ਜਹਾਂ ਸ੍ਰੀ ਗੁਰ ਹਰਿ ਰਾਇ। ਜਿੱਥੇ ਸਤਿਗੁਰੂ ਹਰਿ ਸਾਹਿਬ ਜੀ ਸਜੇ ਸਨ ਸਾਧ ਸੰਗਤ ਜੀ, ਇੱਥੇ ਖਬਰਾਂ ਹੋਈਆਂ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਸ਼ਰਵਣ ਕੀਤਾ ਇਹ ਵਾਕ ਵੀ ਉਹ ਪੁੱਤਰ ਬ੍ਰਾਹਮਣ ਦਾ ਜਿਉਂਦਾ ਹੋ ਗਿਆ। ਇੱਥੇ ਤਕਰੀਬਨ ਜਿਹੜਾ ਪ੍ਰਸੰਗ ਹੈ ਅੰਸੂ ਉਹ 18ਵਾਂ ਸਮਾਪਤ ਹੋਇਆ। 17ਵਾਂ ਅੱਗੇ 19ਵੇਂ ਅੰਸੂ ਵਿੱਚ ਕੁਛ ਇਸ ਪ੍ਰਸੰਗ ਦੀ ਬ੍ਰਾਹਮਣ ਦੇ ਪੁੱਤਰ ਦੀ ਜਿਹੜੀ ਜਿਉਣ ਦੀ ਕਥਾ ਜਿਹੜੀ ਬਾਕੀ ਅਗਲੇ ਅੰਸੂ ਦੀ ਆਪਾਂ ਕੱਲ੍ਹ ਦੇ ਦੀ ਬਾਣ ਵਿੱਚ ਵਿਚਾਰਾਂਗੇ। ਇੱਦਾਂ ਫਿਰ ਜਦੋਂ ਸਾਧ ਸੰਗਤ ਦੀ ਪੁੱਤਰ ਜਿਉਂਦਾ ਹੋਇਆ, ਮਹਾਰਾਜ ਨੇ ਉਹ ਨਹੀਂ ਪੁੱਛਿਆ। ਮਹਾਰਾਜ ਕਹਿੰਦੇ ਵੀ ਸਿੱਖ ਸਾਡਾ ਕਿਹੜਾ ਚੜ੍ਹਾਈ ਕਰਾਤਾ ਤੁਸੀਂ। ਸਿਫਾਰਸ਼ੀਆਂ ਨੂੰ ਮਹਾਰਾਜ ਨੇ ਆਖਿਆ ਵੀ ਸਾਡਾ ਕਿਹੜਾ ਸਿੱਖ ਤੁਸਾਂ ਨੇ ਚੜ੍ਹਾਈ ਕਰਵਾ ਦਿੱਤਾ। ਫਿਰ ਜਦੋਂ ਤਫਤੀਸ਼ ਕੀਤੀ ਤੇ ਉਹ ਬਾਬਾ ਜੀਵਨ ਜੀ ਸਨ। ਫਿਰ ਮਹਾਰਾਜ ਬਹੁਤ ਹਿਰਦੇ ਕਰਕੇ ਪਾਤਸ਼ਾਹ ਜੀ ਨੇ ਦੁੱਖ ਕੀਤਾ ਵੀ ਵੇਖੋ ਤੁਸੀਂ ਇੱਕ ਜਿੱਦ ਕਰਕੇ ਜਾਂ ਅਰਦਾਸ ਦੀ ਤੁਹਾਨੂੰ ਮਹਾਨਤਾ ਨਹੀਂ ਪਤਾ ਸਿੱਖੋ ਕੀ ਹੈ, ਤੇ ਸਾਡਾ ਪਿਆਰਾ ਬ੍ਰਹਮ ਗਿਆਨੀ ਬਾਬਾ ਜੀਵਨ ਤੁਸਾਂ ਨੇ ਇਸ ਸੰਸਾਰ ਤੋਂ ਕੂਚ ਕਰਵਾ ਦਿੱਤਾ ਹੈ। ਇੱਦਾਂ ਸਾਧ ਸੰਗਤ ਜੀ ਸਾਰਾ ਬਚਨ ਮਰਨੇ ਜੋ ਜੋ ਸਿੱਖਾਂ ਨਾਲ ਕੀਤੇ ਉਹ ਆਪਾਂ ਅਗਲੇ ਦੀ ਬਾਣ ਵਿੱਚ ਵਿਚਾਰ ਪੜ੍ਹ ਸੁਣ ਲਵਾਂਗੇ। ਇੱਥੇ ਸਮਾਪਤਾ ਹੈ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮਿਲੇ। ਭਇਓ ਆਨੰਦ ਬਿਲੰਦ ਹੀ। ਹਿਰਦੇ ਰਹੇ ਬਿਸਮਾਏ। ਸੁਧ ਅੰਤਰ ਪਹੁੰਚੀ ਤਬੈ। ਜਹਾਂ ਸ੍ਰੀ ਗੁਰ ਹਰਿ ਰਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।